ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਲੋਕ ਆਪਣੇ ਉਮੀਦਵਾਰ ਨੂੰ ਜਦੋਂ ਚੁਣਦੇ ਨੇ, ਐਮਐਲਏ ਬਣਾ ਕੇ ਵਿਧਾਨ ਸਭਾ 'ਚ ਭੇਜ ਦਿੰਦੇ ਨੇ, ਐਮਪੀ ਬਣਾ ਕੇ ਲੋਕ ਸਭਾ ਦੇ ਵਿੱਚ ਭੇਜ ਦਿੰਦੇ ਨੇ, ਤੇ ਰਾਜ ਸਭਾ ਦੇ ਵਿੱਚ ਵੀ ਬੈਠੇ ਨੇ ਜਿਹੜੇ ਸਾਡੇ ਸੂਬੇ ਦੀ ਜਾਂ ਕਹਿ ਲਓ ਕਿ ਸਾਡੇ ਲੋਕਾਂ ਦੀ ਆਵਾਜ਼ ਉੱਥੇ ਚੁੱਕਦੇ ਨੇ। ਇਹਨਾਂ ਦੇ ਜਿਹੜੇ ਫਰਜ਼ ਨੇ, ਆਪਾਂ ਕਹਿ ਲਈਏ ਕਿ ਇਹਨਾਂ ਨੂੰ ਸਹੂਲਤਾਂ ਕਿਹੜੀਆਂ ਦਿੱਤੀਆਂ ਜਾਂਦੀਆਂ, ਤੇ ਇਹ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਨੇ, ਕਦੇ ਕੋਈ ਐਮਐਲਏ ਜਾਂ ਕਹਿ ਲਓ ਕਿ ਐਮਪੀ, ਉਹ ਆਪਣੇ ਪੁੱਤਰਾਂ ਨੂੰ, ਧੀਆਂ ਨੂੰ ਜਾਂ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਕਿਤੇ ਨਾ ਕਿਤੇ ਉਦਘਾਟਨ ਤੇ ਭੇਜ ਦਿੰਦਾ, ਜਦ ਕਿ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਈਆਂ ਹੁੰਦੀਆਂ ਨੇ। ਨਾਲੋਂ ਨਾਲ ਇਹਨਾਂ ਦੇ ਕੋਲ ਕਿੰਨਾ ਕੁ ਫੰਡ ਹੁੰਦਾ, ਜਾਂ ਫਿਰ ਇਹ ਲੋਕਾਂ ਦੇ ਕੰਮ ਕਿਸ ਤਰ੍ਹਾਂ ਦੇ ਕਿਵੇਂ ਨੇਪਰੇ ਚੜਾ ਸਕਦੇ ਨੇ, ਕੀ ਕੁਝ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ, ਸਹੂਲਤਾਂ ਦਾ ਆਨੰਦ ਮਾਣਦੇ ਨੇ, ਸਭ ਨੂੰ ਪਤਾ ਆ। ਤੇ ਅਖੀਰ ਦੇ ਵਿੱਚ ਗੱਲ ਹੋਏਗੀ ਕਿ ਲੋਕ ਇਹਨਾਂ ਤੋਂ ਜਵਾਬ ਕਿਵੇਂ ਮੰਗਣ, ਇਹ ਲੋਕਾਂ ਪ੍ਰਤੀ ਜਵਾਬਦੇਹ ਕਿਵੇਂ ਹੋਣ, ਤੇ ਲੋਕਾਂ ਨੂੰ ਵੀ ਪਤਾ ਹੋਵੇ ਕਿ ਇਹਨਾਂ ਤੋਂ ਜਵਾਬ ਕਿਵੇਂ ਲੈਣਾ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਅੱਜ ਜਦੋਂ ਚੋਣਾਂ ਸਿਰ ਦੇ ਉੱਤੇ ਨੇ ਤਾਂ ਮੁੱਦਿਆਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਵੀ ਮੈਂ ਮੰਨਦਾ ਕਿ ਇੱਕ ਵੱਡਾ ਮੁੱਦਾ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਜੇ ਆਪਾਂ ਸਿਰਫ ਐਮਐਲਏ ਤੋਂ ਸ਼ੁਰੂ ਕਰ ਲਈਏ, ਪਹਿਲਾ ਸਵਾਲ ਕਿ ਐਮਐਲਏ ਜਦੋਂ ਚੁਣਿਆ ਜਾਂਦਾ, ਜਦੋਂ ਨਵੀਆਂ ਚੋਣਾਂ ਸਿਰ ਦੇ ਉੱਤੇ ਆਉਂਦੀਆਂ ਤਾਂ ਉਹ ਜਾ ਜਾ ਕੇ ਲੋਕਾਂ ਵਿੱਚ ਕਹਿੰਦਾ ਮੈਂ 300 ਕਰੋੜ ਲਵਾਤਾ, ਮੈਂ 400 ਕਰੋੜ ਲਵਾਤਾ, ਮੈਂ ਫਲਾਣੇ ਪਿੰਡ ਨੂੰ ਇੰਨੇ ਕਰੋੜ ਦੀ ਗ੍ਰਾਂਟ ਦੇ ਦਿੱਤੀ। ਤੇ ਕਈ ਪਿੰਡਾਂ ਦੇ ਵਿੱਚ ਹਾਹਾਕਾਰ ਵੀ ਮੱਚੀ ਹੁੰਦੀ ਹੈ, ਉਹ ਕਹਿੰਦੇ ਕੰਮ ਤੇ ਕੋਈ ਕੀਤਾ ਨਹੀਂ। ਗੱਲ ਉਹੀ ਗਲੀਆਂ ਨਾਲੀਆਂ ਤੱਕ ਸੀਮਤ ਹੁੰਦੀ ਹੈ, ਉਸੇ ਨੂੰ ਇਹ ਵਿਕਾਸ ਕਾਰਜ ਕਹਿ ਦਿੰਦੇ ਨੇ। ਪਰ ਇਹਨਾਂ ਦੇ ਫਰਜ਼ ਕੀ ਨੇ? ਦੇਖੋ ਸੁਖਿੰਦਰ ਜੀ, ਜਿਹੜੇ ਇਹਨਾਂ ਦੇ ਫਰਜ਼ ਨੇ ਤੇ ਇਹਨਾਂ ਦੇ ਹੱਕ ਨੇ, ਇਹ ਚਾਹੇ ਐਮਐਲਏ ਹੈ ਚਾਹੇ ਐਮਪੀ ਹੈ, ਕਿਉਂਕਿ ਆਪਾਂ ਐਮਐਲਏ ਦੀ ਪਹਿਲਾਂ ਗੱਲ ਕਰਦੇ ਹਾਂ ਤਾਂ ਮੈਂ ਐਮਐਲਏ ਦੀ ਗੱਲ ਕਰਾਂਗਾ। ਇਹ ਸੰਵਿਧਾਨ ਦੇ ਵਿੱਚ ਬੜੇ ਸਪਸ਼ਟ ਤੌਰ ਦੇ ਉੱਤੇ ਭਾਰਤੀ ਸੰਵਿਧਾਨ ਨੇ ਲਿਖੇ ਹੋਏ ਨੇ। ਇਹ ਕੋਈ ਐਂ ਜਵਾਨੀ ਰਸਾਨੀ ਗੱਲ ਨਹੀਂ ਹੈ। ਉਹ ਗੱਲ ਵੱਖਰੀ ਹੈ ਵੀ ਇਹਨਾਂ ਚੋਂ ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਪੜ੍ਹਦੇ ਨੇ, ਜੇ ਪੜ੍ਹਦੇ ਨੇ ਤਾਂ ਉਹਨਾਂ ਨੂੰ ਸਮਝਦੇ ਨੇ, ਜੇ ਸਮਝਦੇ ਨੇ ਤਾਂ ਉਹਨਾਂ ਤੇ ਅਮਲ ਕਰਦੇ ਨੇ, ਤੇ ਜੇ ਅਮਲ ਕਰਦੇ ਨੇ ਤਾਂ ਸੱਚੀ ਮੁੱਚੀ ਦਾ ਅਮਲ ਕਰਦੇ ਨੇ, ਜੇ ਦਿਖਾਵੇ ਦਾ ਕਰਦੇ ਨੇ। ਇਹ ਵੱਡੇ ਸਵਾਲ ਨੇ ਸਾਡੇ ਸਾਹਮਣੇ। ਸੰਵਿਧਾਨ ਸਾਡਾ ਜਿਹੜਾ ਹੈ, ਇਹਦੀ ਧਾਰਾ 188 ਆਰਟੀਕਲ ਕਹਿੰਦੇ ਨੇ ਅੰਗਰੇਜ਼ੀ ਵਾਲੇ ਨੂੰ, 188 ਤੋਂ ਲੈ ਕੇ 212 ਤੱਕ, 213 ਤੇ ਆ ਕੇ ਗਵਰਨਰ ਦਾ ਭੂਮਿਕਾ ਆਉਂਦੀ ਹੈ ਆਰਡੀਨੈਂਸ ਦੀ। 188 ਧਾਰਾ ਤੋਂ ਲੈ ਕੇ 212 ਤੱਕ ਸੂਬੇ ਦਾ ਜਿਹੜਾ ਐਮਐਲਏ, ਕਿਸੇ ਵੀ ਸੂਬੇ ਦੀ ਅਸੈਂਬਲੀ ਦਾ, ਉਹ ਸਹੁੰ ਕਿਵੇਂ ਚੁੱਕੇਗਾ, ਉਹ ਪਾਰਟੀਸਪੇਟ ਕਿਵੇਂ ਕਰੇਗਾ, ਉਹਦੇ ਉੱਤੇ ਡਿਸਿਪਲਿਨ ਕਿਵੇਂ ਲੱਗੇਗਾ, ਉਹਦੀ ਬੋਰਡਬਾਣੀ ਕਿਹੋ ਜਿਹੀ ਹੋਏਗੀ, ਉਹਦਾ ਵੋਟ ਕਰਨ ਦਾ ਅਧਿਕਾਰ ਕੀ ਹੋਏਗਾ, ਬਿੱਲ ਕਿਹੜਾ ਹੋਏਗਾ, ਉਹਦਾ ਮਤਲਬ ਕੀ ਹੋਏਗਾ, ਇਹ ਸਾਰਾ ਕੁਛ ਬੜੇ ਤਫਸੀਲ ਨਾਲ ਲਿਖਿਆ ਹੋਇਆ ਹੈ। ਫਿਰ ਉਹਦੇ ਉੱਤੇ ਬਹੁਤ ਸਾਰੀਆਂ ਅਦਾਲਤਾਂ ਦੀਆਂ, ਸਪੀਕਰਾਂ ਦੀਆਂ ਜਿਹੜੇ ਹੈਗੇ ਨੇ ਫੈਸਲੇ ਹੋਏ ਹੋਏ ਨੇ। ਜੇ ਕਿਤੇ ਕੋਈ ਝਗੜਾ ਪੈ ਗਿਆ ਵੀ ਇਹ ਡਿਸਕੁਆਲੀਫਿਕੇਸ਼ਨ ਬਣਦੀ ਹੈ ਨਹੀਂ ਬਣਦੀ, ਇਹਨੇ ਠੀਕ ਕਿਹਾ ਨਹੀਂ ਕਿਹਾ, ਇਹਦੇ ਵਿੱਚ ਇਹਨਾਂ ਨੂੰ ਇੱਕ ਇਹ ਪਾਵਰ ਬਹੁਤ ਵੱਡੀ ਹੈ ਕਿ ਜਿਹੜਾ ਵੀ ਕੰਮ ਇਹ ਅਸੈਂਬਲੀ ਦੇ ਵਿੱਚ ਜਾਂ ਬਤੌਰ ਕਮੇਟੀ, ਇਹਨਾਂ ਦੀਆਂ ਕਮੇਟੀਆਂ ਹੁੰਦੀਆਂ ਨੇ, ਪਬਲਿਕ ਅਕਾਊਂਟਸ ਕਮੇਟੀ, ਫਲਾਣਾ ਕਮੇਟੀ, ਲੋਕ ਲੇਖਾ ਕਮੇਟੀ ਜਿਹਨੂੰ ਕਹਿੰਦੇ ਜਿਵੇਂ, ਤੇ ਉਹ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਕਈ ਵਾਰ ਕੋਈ ਇਨਕੁਆਇਰੀਆਂ ਕਮੇਟੀਆਂ ਵੀ ਬਣਾ ਦਿੰਦੇ ਨੇ, ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਹੁੰਦੀਆਂ ਨੇ, ਅਸੈਂਬਲੀਆਂ ਵੀ ਬਣਾ ਦਿੰਦੀਆਂ ਨੇ ਕੋਈ ਵੱਡੇ ਇਸ਼ੂਜ਼ ਦੇ ਉੱਤੇ। ਉਹਨਾਂ ਕਮੇਟੀਆਂ ਦੇ ਬਤੌਰ ਜਿਹੜਾ ਇਹਨਾਂ ਨੇ ਕੰਮ ਵਿਧਾਨ ਸਭਾ 'ਚ ਕਰਿਆ ਹੁੰਦਾ, ਉਹਦੇ ਉੱਤੇ ਸਵਾਲ ਨਹੀਂ ਕਰਿਆ ਜਾ ਸਕਦਾ, ਮਤਲਬ ਉਹਨਾਂ 'ਤੇ ਇਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਦੀ ਬੋਰਡਬਾਣੀ, ਇਸੇ ਕਰਕੇ ਇਹ ਜ਼ਿਆਦਾ ਬੋਰਡਬਾਣੀ ਵਿਗੜੀ ਵੀ ਤਾਂ ਹੀ ਹੈ ਕਿ ਵਿਧਾਨ ਸਭਾ 'ਚ ਇਹਨਾਂ ਨੇ ਜੋ ਮਰਜ਼ੀ ਕਹਿਤਾ ਉਹਦਾ ਸੰਗਿਆਨ ਨਹੀਂ ਕੋਰਟ ਲੈ ਸਕਦੀ ਜੀ। ਆਹ ਜਿਹੜਾ ਕਿਸੇ ਖੇਤੀ ਬਿੱਲਾਂ ਦਾ ਮਾਮਲਾ ਸੀ, ਉਹਦੇ 'ਚ ਵੀ ਰਾਜ ਸਭਾ ਦੇ ਵਿੱਚ ਇੱਕ ਐਮਪੀ ਨੇ ਮੰਗ ਲਿਆ ਕਿ ਵੋਟਿੰਗ ਹੋਵੇ, ਤੇ ਉਹਨਾਂ ਨੇ ਵੋਟਿੰਗ ਨਹੀਂ ਕਰਾਈ ਜਦ ਬਿੱਲ ਪਾਸ ਕਰੇ ਨੇ। ਉਦੋਂ ਦੀ ਗੱਲ ਕਰਨਾ, ਪੁਰਾਣੀ। ਜਦ ਹੁਣ ਰੱਦ ਕਰੇ ਨੇ ਉਦੋਂ ਤਾਂ ਕੋਈ ਝਗੜਾ ਨਹੀਂ ਸੀ ਨਾ ਉਸ ਤਰੀਕੇ ਦਾ। ਹੁਣ ਤਾਂ ਇਤਕੀ ਤਾਂ ਇਹੀ ਝਗੜਾ ਸੀ ਵੀ ਬਹਿਸ ਕਰਾਉਣੀ ਜਾਂ ਨਹੀਂ ਕਰਾਉਂਦੇ, ਉਹ ਕਰਾਈ ਨਹੀਂ ਇਹਨਾਂ ਨੇ। ਉਦੋਂ ਤਾਂ ਸੀਗਾ ਵੀ ਤੁਹਾਡੇ ਕੋਲ ਮੈਜੋਰਟੀ ਹੈ ਵੀ ਕਿ ਨਹੀਂ ਹੈ। ਇਹ ਸਰਕਾਰ ਨੇ, ਰਾਜਕਾਰਨ ਨੇ ਧੱਕੇ ਨਾਲ ਹੀ ਪਾਸ ਕਰਤੇ। ਉਹਦੇ ਵਿੱਚ ਫਿਰ ਜਿੱਥੋਂ ਤੱਕ, ਕਿਉਂਕਿ ਸਪੀਕਰ ਦਾ ਕੰਮ ਹੁੰਦਾ, ਉਹ ਚਾਹੇ ਹੁੰਦੇ ਪਾਰਟੀਆਂ ਦੇ ਨੇ ਆਮ ਤੌਰ 'ਤੇ, ਪਹਿਲਾਂ ਤਾਂ ਆਪੋਜੀਸ਼ਨ ਦਾ ਵੀ ਇੱਕ ਬੰਦਾ ਲਾਉਂਦੇ ਸੀ ਉਹ ਡਿਪਟੀ ਸਪੀਕਰ ਵਗੈਰਾ, ਪਰ ਜੇ ਉਹ ਪਾਰਟੀਆਂ ਦੇ ਵੀ ਨੇ, ਉਹ ਪਾਰਟੀ ਦੀ ਤਰ੍ਹਾਂ ਉਹਨਾਂ ਨੇ ਵਰਤਾਓ ਨਹੀਂ ਕਰਨਾ। ਔਰ ਉਹ ਵਰਤਾਓ ਕਰਨ ਤੇ ਰੋਕ ਏਡੀ ਵੱਡੀ ਹੈ ਕਿ ਸਪੀਕਰ ਪਹਿਲੇ ਹਿੱਲੇ ਜਦ ਵੋਟਿੰਗ ਹੋਵੇ, ਪਹਿਲੇ ਹਿੱਲੇ ਉਹਨੂੰ ਵੋਟ ਨਹੀਂ ਪਾਉਣੀ। ਵੋਟ ਉਹਦਾ ਅਧਿਕਾਰ ਹੈਗਾ, ਵੋਟ ਪਾਉਣੀ ਨਹੀਂ ਉਹਨੇ, ਸੰਵਿਧਾਨ 'ਚ ਲਿਖਿਆ ਹੋਇਆ।
ਉਹਨੇ ਵੋਟ ਤਾਂ ਪਾਉਣੀ ਹੈ ਜੇ ਬਰਾਬਰ ਵੋਟਾਂ ਰਹਿ ਜਾਂਦੀਆਂ ਨੇ, ਕਾਸਟਿੰਗ ਵੋਟ ਹੋਵੇ। ਸੋ ਇਹ ਉਹਨੂੰ ਨਿਊਟਰਲ ਰੱਖਣ ਦੀ ਕੋਸ਼ਿਸ਼ ਕਰੀ ਆ ਸੰਵਿਧਾਨ ਨੇ। ਤੇ ਪਰ ਉਹਦੇ ਵਿੱਚ ਇਹਨਾਂ ਨੇ ਰੌਲਾ ਪਾਇਆ ਕਿ ਜੀ ਉਹ ਤਾਂ ਸੀਟ ਤੇ ਬਹਿ ਕੇ ਕਹਿਣਾ ਸੀ। ਸੀਟ ਤੇ ਬਹਿ ਕੇ ਕਿਸੇ ਨੇ ਨਹੀਂ ਕਿਹਾ, ਉਹ ਤਾਂ ਉੱਥੇ ਇਕੱਠੇ ਹੋ ਗਏ ਬੈਠ ਦੇ ਵਿੱਚ, ਤੇ ਉਹਨੂੰ ਅਸੀਂ ਇਹ ਮੰਨਦੇ ਨਹੀਂ ਵੀ ਇਹ ਮਰਿਆਦਾ ਤਹਿਤ ਉਹਨਾਂ ਨੇ ਮੰਗ ਕਰੀ ਸੀ। ਤੇ ਉਹਦਾ ਸਾਹਮਣੇ ਆ ਗਿਆ ਵੀ ਆਹ ਪਿਆ ਸੀਟ ਤੇ ਬੈਠਾ ਕਹਿ ਰਿਹਾ ਔਰ ਉੱਠਿਆ ਹੀ ਨਹੀਂ ਸੀਟ ਤੋਂ ਉਹ ਬੰਦਾ। ਹੁਣ ਦੱਸੋ, ਫਿਰ ਜਵਾਬ ਕੋਈ ਨਹੀਂ। ਬਹੁਤ ਸਾਰੇ ਲੋਕਾਂ ਨੇ ਇਹ ਕਹਿ ਦਿੱਤਾ ਕਿ ਜੀ ਇਹਨੂੰ ਇਹ ਅਦਾਲਤ 'ਚ ਚੁਣੌਤੀ ਦੇ ਦੇਣੀ ਚਾਹੀਦੀ ਸੀ, ਸੁਪਰੀਮ ਕੋਰਟ 'ਚ। ਹੁਣ ਸੁਪਰੀਮ ਕੋਰਟ 'ਚ ਇਹ ਗੱਲ ਦੀ ਚੁਣੌਤੀ ਹੋ ਹੀ ਨਹੀਂ ਸਕਦੀ। ਸੁਪਰੀਮ ਕੋਰਟ ਇਹ ਸਮੀਖਿਆ ਨਹੀਂ ਕਰ ਸਕਦੀ ਕਿ ਕੋਈ ਉੱਥੇ ਵੋਟਿੰਗ ਮੰਗੀ ਗਈ ਸੀ ਜਾਂ ਨਹੀਂ ਮੰਗੀ ਗਈ ਸੀ, ਜਾਂ ਉਹਦਾ ਪ੍ਰੋਸੀਜਰ ਠੀਕ ਸੀ ਜਾਂ ਗਲਤ ਸੀ, ਜਾਂ ਉਹਨੂੰ ਸਪੀਕਰ ਨੇ ਮੰਨਿਆ ਜਾਂ ਨਾ ਮੰਨਿਆ। ਮਾਨਯੋਗ ਸਪੀਕਰ ਦਾ ਕੰਮ ਹੈ, ਕੀ ਕਰੇ, ਹਾਊਸ ਦਾ ਕੰਮ ਹੈ। ਸੋ ਇਸ ਕਰਕੇ ਸਾਡੇ ਇੱਕ ਤਾਂ ਦੁਖਾਂਤ ਇਹ ਹੈ, MLA ਐਮਪੀਆਂ ਨੂੰ ਤਾਂ ਕਾਫੀਆਂ ਨੂੰ ਗਿਆਨ ਹੈ ਫਿਰ ਵੀ, ਕਿਉਂਕਿ ਜ਼ਿਆਦਾ ਉਹ ਨੇ, MLA 'ਚ ਤਾਂ ਬਹੁਤ ਜ਼ਿਆਦਾ ਉਹ ਨੇ ਜਿਹੜੇ ਹਰੇਕ ਹੀ ਇੱਟ ਚੁੱਕੀ ਤੋਂ ਵੀ ਆ। ਹੁਣ ਐਤਕੀ ਆਪਾਂ ਦੇਖਿਆ ਹੀ ਹੈ ਕਿੰਨੇ ਕੈਂਡੀਡੇਟ ਖੜੇ ਹੋਏ ਨੇ, ਹਰੇਕ ਹੀ ਚੱਕ ਕੇ ਅਰਜੀ ਦੇ ਰਹੇ, ਉਹਨੂੰ ਪਤਾ ਹੀ ਨਹੀਂ ਵੀ ਇਹ MLA ਹੁੰਦਾ ਕੀ ਹੈ ਬੇਸਿਕਲੀ। ਉਹ ਤਾਂ ਸਮਝਿਆ ਵੀ ਟਾਹ ਟੱਪਾ ਇਹ ਉਹ। ਸੋ ਜਦ ਤੁਸੀਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਹੋ ਗਿਆ, ਉਹਦੇ ਵਿੱਚ ਇਹਨਾਂ ਨੂੰ ਆਪਦੇ ਨਾ ਤਾਂ ਹੱਕਾਂ ਦਾ ਪਤਾ ਹੈ ਨਾ ਫਰਜ਼ਾਂ ਦਾ ਪਤਾ ਹੈ। ਇੱਕ ਤਾਂ ਇਹ ਹੈ। ਦੂਜਾ ਇਹਦੇ ਵਿੱਚ ਇੱਕ ਵੱਡੀ ਗੱਲ, ਜਿਹੜਾ ਇੱਕ MLA ਹੈ ਜਿਹੜਾ ਕਹਿੰਦਾ ਹੈ ਵੀ ਮੈਂ, ਉਹਦਾ ਮੁੱਖ ਕੰਮ ਕੀ ਹੈ MLA ਦਾ, ਕਿਉਂਕਿ ਆਪਾਂ ਜੇ MLA 'ਤੇ ਕੰਸਨਟਰੇਟ ਕਰ ਰਹੇ ਹਾਂ, ਉਹਦੇ 'ਤੇ ਤਵੱਜੋ ਦੇ ਰਹੇ ਹਾਂ। ਉਹਦਾ ਮੁੱਖ ਕੰਮ ਹੈਗਾ ਕਿ ਇੱਕ ਤਾਂ ਆਪਦੇ ਕੌਂਸਟੀਚੁਐਂਸੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦੇ ਬਾਰੇ ਲੈਜਿਸਲੇਟਿਵ, ਯਾਨੀ ਕਿ ਸੰਵਿਧਾਨ ਦੇ ਵਿਧੀ ਵਿਧਾਨ ਕੀ ਤੈਅ ਕਰਿਆ ਜਾਵੇ ਕਿ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਜੇ ਕੋਈ ਕਾਨੂੰਨ ਬਣਾਉਣ ਦੀ ਲੋੜ ਹੈ, ਜੇ ਕਿਸੇ ਕਾਨੂੰਨ 'ਚ ਕੋਈ ਤਰਮੀਮ ਕਰਨ ਦੀ ਲੋੜ ਹੈ, ਜਿਹਨੂੰ ਬਦਲਾਅ ਕਹਿੰਦੇ ਆ, ਉਹਦੀ ਇੱਕ ਤਾਂ ਉਹ ਗੱਲ ਕਰੇ, ਚਾਹੇ ਉਹ ਆਪੋਜੀਸ਼ਨ 'ਚ ਹੈ ਚਾਹੇ ਉਹ ਸਰਕਾਰ 'ਚ ਹੈ। ਉਹਦੀ ਮੰਨੀ ਜਾਂਦੀ ਹੈ ਨਹੀਂ ਮੰਨੀ ਜਾਂਦੀ ਅਗਲੀ ਗੱਲ ਹੈ, ਗੱਲ ਕਰਨੀ ਉਹਨੇ। ਸਾਡੇ ਤਾਂ MLA ਕੌਂਸਟੀਚੁਐਂਸੀ ਜਾਂਦੀ ਹੀ ਨਹੀਂ, ਜੇ ਜਾਂਦੇ ਨੇ ਤਾਂ ਵਿਆਹ ਸ਼ਾਦੀਆਂ 'ਤੇ ਜਾਂਦੇ ਨੇ, ਮਰਗਤਾਂ 'ਤੇ ਜਾਂਦੇ ਨੇ। ਉਹ ਤਾਂ ਕਿਤੇ ਲੋਕਾਂ ਦੀ ਸਮੱਸਿਆ ਤਾਂ ਕਦੀ ਨਹੀਂ, ਅੱਜ ਤੱਕ ਨਹੀਂ ਉਹ ਸੁਣਦੇ। ਦੂਜਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਉਹ ਪੂਰੇ ਸੂਬੇ ਦੀ, ਕਿਉਂਕਿ ਉਹ ਇਕੱਲਾ ਆਪਦੇ ਹਲਕੇ ਦਾ ਨੁਮਾਇੰਦਾ ਨਹੀਂ ਹੈ, ਉਹ ਸੂਬੇ ਦਾ ਵੀ ਨੁਮਾਇੰਦਾ ਹੈ। ਉਹ ਸੂਬੇ ਦੇ ਵਿੱਚ ਕਿਹੜੇ ਕਿਹੜੇ ਵੱਡੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਉਹ ਆਪਣਾ ਲਿਖ ਕੇ ਦੇ ਸਕਦਾ ਵੀ ਇਹਦੇ 'ਤੇ ਚਰਚਾ ਮੈਂ ਕਰਨੀ ਚਾਹੁੰਦਾ। ਉਹ ਲਿਖ ਕੇ ਆਪਦਾ ਵਿਚਾਰ ਭੇਜ ਸਕਦਾ ਸਪੀਕਰ ਸਾਹਿਬ ਨੂੰ। ਉਹਨੂੰ ਜਿੰਨਾ ਟਾਈਮ ਮਿਲੇ ਉਹ ਆਪਦੀ ਪਾਰਟੀ ਤੋਂ ਟਾਈਮ ਮੰਗ ਸਕਦਾ। ਹਰੇਕ ਪਾਰਟੀ ਨੂੰ ਗਿਣਤੀ ਦੇ ਹਿਸਾਬ ਨਾਲ ਟਾਈਮ ਮਿਲਦਾ ਵੀ ਤੁਹਾਡੇ ਮੈਂਬਰ ਕਿੰਨੇ ਨੇ। ਉਹਨਾਂ 'ਚੋਂ ਕਹਿ ਸਕਦਾ ਆਪਦੀ ਪਾਰਟੀ 'ਚ ਕਿ ਜੀ ਤੁਸੀਂ ਐਤਕੀ ਮੈਂ ਬੋਲਣਾ ਇਸ ਗੱਲ ਦੇ ਉੱਤੇ, ਮੈਨੂੰ ਜਰਾ ਦਿਓ। ਉਹ ਪਾਰਟੀ ਨਹੀਂ ਦਿੰਦੀ ਵਕਤ ਤਾਂ ਉਹ ਕਹੇ ਜੀ ਆਹ ਮੈਂ ਲਿਖਤਾ, ਇਹ ਫਿਰ ਗੱਲ ਉੱਤੇ ਪੇਸ਼ ਕਰੀ ਜਾਵੇ। ਸੋ ਉਹਦੇ ਕੋਲ ਅਧਿਕਾਰ ਹੈਗੇ ਨੇ। ਉਹ ਇਹ ਅਧਿਕਾਰ ਆਮ MLA ਯੂਜ਼ ਹੀ ਨਹੀਂ ਕਰਦੇ। MLA ਤਾਂ ਵਰਤਦੇ ਨੇ ਇਹ ਅਧਿਕਾਰ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਕੀ ਕਹਤਾ, ਫਲਾਣੇ ਨੇ ਫਲਾਣੇ ਨੂੰ ਤੁੰਨਿਆ ਜਾਂ ਨਹੀਂ ਤੁੰਨਿਆ, ਫਲਾਣੇ ਨੇ ਫਲਾਣੇ ਦਾ ਕੀ ਕਿਹਾ। ਉਹ ਮਤਲਬ ਇੱਕ ਦੂਜੇ ਨੂੰ ਮੇਹਨਿਆਂ ਦਾ ਤਾਂ ਟਾਈਮ ਲਾਉਂਦੇ ਨੇ, ਸਵਾਲ ਜਵਾਬ 'ਚ ਵੀ ਇਹੀ ਕੁਝ ਕਰਦੇ ਨੇ। ਫਿਰ MLA ਕੋਲੇ ਇੱਕ ਹੋਰ ਅਧਿਕਾਰ ਹੈ, ਉਹ ਸਵਾਲ ਕਰ ਸਕਦਾ, ਚਾਹੇ ਉਹ ਰੂਲਿੰਗ ਪਾਰਟੀ ਦਾ ਹੈ ਚਾਹੇ ਉਹ ਕੋਈ ਵੀ ਹੈ। ਉਹ ਸਵਾਲ ਕਰਨ ਦੇ ਉੱਤੇ ਉਹਨੂੰ ਤਕਨੀਕੀ ਤੌਰ 'ਤੇ ਆਪਦੀ ਕਿਸੇ ਪਾਰਟੀ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ। ਉਂਝ ਸ਼ਿਸ਼ਟਾਚਾਰ ਦੇ ਤੌਰ 'ਤੇ ਉਹ ਕਹਿੰਦੇ ਨੇ ਵੀ ਅਸੀਂ ਜੀ ਸਵਾਲ ਕਰਦੇ ਹਾਂ, ਇਹ ਕਹਿ ਦੇਣ ਆਪਦੀ ਪਾਰਟੀ ਨੂੰ, ਉਹਦਾ ਸਵਾਲ ਦਾ ਉਹ ਕਾਪੀ ਵੀ ਭੇਜ ਦੇਣ। MLA ਕੋਲੇ ਸਿੱਧੇ ਸਵਾਲ ਕਰਨ ਦਾ ਆਪ ਅਧਿਕਾਰ ਹੈ। ਇੱਦਾਂ ਹੀ ਇੱਕ ਅਸੀਂ ਕਹਿੰਦੇ ਹਾਂ ਧਿਆਨ ਦਿਵਾਊ ਮਤਾ, ਉਹਨੂੰ ਕਾਲ ਅਟੈਂਸ਼ਨ ਕਰਨਾ, ਉਹਨੂੰ ਕਾਲ ਅਟੈਂਸ਼ਨ ਅੰਗਰੇਜ਼ੀ 'ਚ ਕਹਿੰਦੇ ਨੇ। ਉਹਨੂੰ ਮੌਕੇ ਦੇ ਉੱਤੇ ਕੋਈ ਗੱਲ ਹੋ ਗਈ, ਉਹ ਮੌਕੇ 'ਤੇ ਕਹਿੰਦਾ ਜੀ ਆਹ ਗੱਲ ਉੱਥੇ ਅੱਗ ਲੱਗ ਗਈ ਹੈ, ਤੁਸੀਂ ਕੁਛ ਨਹੀਂ ਕਰਿਆ, ਇਹਦੇ ਉੱਤੇ ਪਹਿਲਾਂ ਚਰਚਾ ਕਰੋ ਸਪੀਕਰ ਸਾਹਿਬ, ਇਹਦਾ ਸੰਗਿਆਨ ਲਓ, ਇੱਥੇ ਧਿਆਨ ਦਿਵਾਊ ਮਤਾ ਕਹਿੰਦੇ ਨੇ ਉਹਨੂੰ। ਸੋ ਜਿਹੜੇ ਸਵਾਲ ਕਰਦੇ ਨੇ MLA ਨੂੰ ਪੁੱਛ ਲਓ, ਉਹ ਕਿਸੇ ਨੂੰ ਕਹਿੰਦੇ ਯਾਰ ਇਹ ਲਿਖ ਨਹੀਂ, ਜਿਹੜਾ ਬੰਦਾ ਕਹਿੰਦਾ। ਉੱਥੇ ਕਈ ਵਾਰੀ ਇਹਨਾਂ ਦੀ ਉਹ ਵੀ ਹੁੰਦੀ ਹੈ, ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਜਵਾਬ ਕੀ ਹੈ। ਫਿਰ ਜਦ ਸਵਾਲ ਦਾ ਜਵਾਬ ਮੰਤਰੀ ਨੇ ਦੇਣਾ ਹੁੰਦਾ, ਜਦੋਂ ਮੰਤਰੀ ਜਵਾਬ ਦਿੰਦਾ ਹੈ ਤਾਂ ਉਹਦੇ ਉੱਤੇ MLA ਕੋਲ ਜਾਂ ਹੋਰਾਂ ਕੋਲ ਵੀ ਜੀ MLA ਕੋਲ ਕਿੰਤੂ ਪਰੰਤੂ ਕਰਨ ਦਾ ਅਧਿਕਾਰ ਹੈ, ਸਵਾਲ ਕੁਐਸਚਨ ਕਾਊਂਟਰ ਕੁਐਸਚਨ, ਤੇ ਦੂਜਿਆਂ ਕੋਲ ਹੈ ਸਪਲੀਮੈਂਟਰੀ ਸਵਾਲ ਉਹਨੂੰ ਕਹਿੰਦੇ ਨੇ। ਵੀ ਇੱਕ ਸਵਾਲ ਮੈਂ ਕਰਿਆ, ਉਹਨਾਂ ਨੇ ਜਵਾਬ ਦੇਤਾ, ਤੁਹਾਨੂੰ ਲੱਗਦਾ ਵੀ ਇਹ ਜਵਾਬ 'ਚੋਂ ਇੱਕ ਹੋਰ ਨਵਾਂ ਸਵਾਲ ਨਿਕਲਿਆ, ਉਸ ਪਰ ਹੋਰ ਨਹੀਂ, ਨਵਾਂ ਸਵਾਲ ਨਹੀਂ ਦੇਣਾ, ਉਸੇ ਸਵਾਲ ਦੇ ਨਾਲ ਘੁੰਮਦਾ, ਉਸੇ ਮੁੱਦੇ 'ਤੇ ਤੁਸੀਂ ਉਹ ਸਵਾਲ ਕਰ ਸਕਦੇ ਕਿ ਚੰਗਾ ਜੀ ਫਿਰ ਇਹਦੀ ਗੱਲ ਦੱਸ ਦਿਓ। ਸੋ ਇਹ ਜਿਹੜਾ ਪ੍ਰੋਸੀਜਰ ਹੈ, ਪਰ ਇਹ ਤਾਂ ਹੋਊ ਤਾਂ ਜੇ ਸ਼ਾਂਤੀ ਨਾਲ ਪੜ੍ਹ ਕੇ ਜਾਣਗੇ ਸਾਡਾ ਸਵਾਲ ਕੀ ਸੀ। ਹੁਣ ਉਹਦੇ ਵਿੱਚ ਕੀ ਹੋ ਰਿਹਾ ਹੈ, ਉਹਦੇ ਵਿੱਚ ਇੱਕ ਤਾਂ ਵਿਧਾਨ ਸਭਾ ਸੈਕਟਰੀਏਟ ਦਾ ਮਿਸਯੂਜ਼ ਹੁੰਦਾ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ। ਜੇ ਫਰਜ਼ ਕਰੋ ਮੈਂ ਸਰਕਾਰੀ ਅਧਿਕਾਰੀਆਂ, ਮੇਰੇ ਖਿਲਾਫ ਕਿਸੇ MLA ਨੇ ਸਵਾਲ ਪੁੱਛ ਲਿਆ, ਮੈਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਜੇ ਮੇਰੇ ਮਾੜੀ ਮੋਟੀ ਵੀ ਪਹੁੰਚ ਕੇ ਤੇਰੇ ਖਿਲਾਫ ਆ ਸਵਾਲ ਆਇਆ ਹੋਇਆ, ਫਿਰ ਮੈਂ ਕੋਸ਼ਿਸ਼ ਕਰਦਾ ਕਿ ਵੀ ਤੁਸੀਂ ਇਹ ਸਵਾਲ ਨੂੰ ਨਾ ਜਵਾਬ ਹੀ ਨਾ ਆਵੇ, ਪੇਸ਼ ਹੀ ਨਾ ਹੋਵੇ। ਜੇ ਪੇਸ਼ ਹੋਵੇ ਇੰਨਾ ਲੇਟ ਪੇਸ਼ ਹੋਵੇ ਤਾਂ ਉਹਨੂੰ ਸਦਨ ਉੱਠ ਕੇ ਚਲਾ ਜਾਵੇ।
ਬਾਅਦ ਚ ਲਿਖ ਕੇ ਜੇ ਪੇਸ਼ ਕਰ ਦਿਓ ਤਾਂ ਕਿ ਉੱਥੇ ਚਰਚਾ ਨਾ ਹੋਵੇ ਸਵਾਲ ਤੇ। ਇਹ ਇੱਕ ਨਵਾਂ ਤਰੀਕਾ ਮਤਲਬ, ਔਰ ਉਹਦੇ ਤੇ ਕੋਈ ਅੱਜ ਇਹ ਸਮੀਖਿਆ ਹੀ ਨਹੀਂ ਕਰਦੇ ਵੀ ਇੰਨੇ ਸਵਾਲ ਹੋਏ ਸੀ, ਇਹਨਾਂ ਦੇ ਜਵਾਬ ਕਿਉਂ ਨਹੀਂ ਹੋਣ ਦਿੱਤੇ ਤੁਸੀਂ? ਇੱਕ ਦਿਨ ਸੈਸ਼ਨ ਬਣਾ ਲਓ, ਇੱਕ ਦਿਨ ਸਵਾਲਾਂ ਦੀ ਸੈਸ਼ਨ ਰੱਖ ਲਓ ਵੀ ਯਾਰ ਸਵਾਲ ਰਹਿ ਗਏ, ਅੱਜ ਆਪਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ, ਕਿਉਂਕਿ ਸਾਰੀ ਇੱਕੋ ਜਿਹੇ ਨੇ, ਸਾਰੀ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ। ਇਸ ਕਰਕੇ ਇਹ ਵੀ ਉਹ ਆਪਦਾ ਅਧਿਕਾਰ ਆਪ ਹੀ ਛੱਡੇ ਵਰਗਾ ਹੀ ਕਹਿ ਲਓ, ਮਿਸਯੂਜ਼ ਮੈਂ ਤਾਂ ਕਹਾਂਗਾ, ਇਹਦੀ ਦੁਰਵਰਤੋਂ ਹੀ ਆ ਵੀ ਜਿੱਦੇ ਤੁਸੀਂ ਕਿਸੇ ਦੇ ਵਿਰੁੱਧ ਕੁਝ ਕਰਨਾ ਉਹਦੇ ਬੋਲ ਦੋ, ਉਹ ਭਾਵੇਂ ਚਾਹੇ ਜਿੰਨਾ ਮਰਜ਼ੀ ਰੌਲਾ ਪਈ ਜਾਵੇ, ਸੋ ਹਾਥੀ ਭਾਵੇਂ ਲੰਘੀ ਜਾਵੇ ਪਰ ਤੁਸੀਂ ਪੂਛ ਝਾੜ ਕੇ ਖੜਨਾ, ਕਿਉਂਕਿ ਤੁਹਾਡਾ ਹਿੱਤ ਹੋ ਰਿਹਾ। ਇਸੇ ਤਰ੍ਹਾਂ ਹੀ ਜਿਹੜੇ ਐਮਐਲਏ ਨੇ ਉਹਨਾਂ ਕੋਲੇ ਲੋਕਾਂ ਦੇ ਨੁਮਾਇੰਦੇ ਦੇ ਤੌਰ ਤੇ ਇਹ ਨਹੀਂ ਆ ਵੀ ਆਪਦਾ ਨਿੱਜੀ ਕੰਮ ਲੈ ਕੇ ਚਲੇ ਗਏ, ਮੇਰਾ ਫਲਾਣਾ ਕਬਜ਼ਾ ਕਰਾ ਦਿਓ, ਮੇਰਾ ਫਲਾਣਾ ਕਰਾ ਦਿਓ, ਮੇਰੀ ਫਲਾਣੀ ਬੱਸ ਦਾ ਉਹ ਕਰਾ ਦਿਓ, ਪਰਮਿਟ ਫਲਾਣਾ ਕਰ ਦਿਓ, ਇਹ ਨਹੀਂ ਹੈ। ਉਹਨਾਂ ਕੋਲ ਅਧਿਕਾਰ ਹੈ ਕਿ ਜਿਹੜੇ ਜ਼ਿਲ੍ਹੇ ਦੇ ਤੇ ਬਲਾਕ ਦੇ ਤਹਿਸੀਲ ਦੇ ਅਧਿਕਾਰੀ ਨੇ, ਸੂਬੇ ਦੇ ਅਧਿਕਾਰੀ ਨੇ, ਉਹਨਾਂ ਨੂੰ ਚਿੱਠੀਆਂ ਲਿਖ ਸਕਦੇ ਨੇ, ਉਹਨਾਂ ਨੂੰ ਡੈਪੂਟੇਸ਼ਨ 'ਚ ਮਿਲ ਸਕਦੇ ਨੇ, ਉਹਨਾਂ ਦੇ ਕੋਲ ਆਪਣੇ ਸੁਝਾਅ ਭੇਜ ਸਕਦੇ ਨੇ, ਔਰ ਉਹਨਾਂ ਨੂੰ ਵਿਧੀਵਤੋਂ ਸੁਣਨੇ ਪੈਣਗੇ। ਆ ਪਿੱਛੇ ਐਮਐਲਏ ਦਾ ਝਗੜਾ ਪਿਆ ਵੀ ਕਿ ਡੀਸੀ ਨੇ ਐਮਐਲਏ ਦੇ ਨਾਲ ਬੜੀ ਮਿਸਬਿਹੇਵ ਕਰਿਆ, ਕੀ ਕਰਿਆ, ਤੇ ਉਹ ਆਖਰਕਾਰ ਏਡੀਸੀ ਨੂੰ ਝੁਕਣਾ ਪਿਆ, ਕਿਉਂਕਿ ਏਡੀਸੀ ਕੀ ਡੀਸੀ ਐਮਐਲਏ ਨਾਲ ਮਿਸਬਿਹੇਵ ਕਰ ਲਏ, ਨਾਲ ਦੀ ਨਾਲ ਪ੍ਰਿਵਿਲੇਜ ਕਮੇਟੀ ਹੁੰਦੀ ਹੈ ਅਸੈਂਬਲੀ ਦੀ, ਪ੍ਰਿਵਿਲੇਜ ਕਮੇਟੀ ਨੂੰ ਸੰਮਨ ਕਰ ਸਕਦੇ ਵੀ ਆ ਜਾ ਭਾਈ ਬੋਲ, ਤੂੰ ਚੁਣੇ ਹੋਏ ਨੁਮਾਇੰਦੇ ਨਾਲ ਇਦਾਂ ਕਿਵੇਂ ਬਿਹੇਵ ਕਰਿਆ। ਕਿਉਂਕਿ ਐਮਐਲਏ ਦਾ ਰੈਂਕ ਜਿਹੜਾ ਹੈ ਪ੍ਰੋਟੋਕੋਲ ਕਹਿੰਦੇ ਅਸੀਂ ਉਹਨੂੰ, ਜਿਵੇਂ ਆਪਾਂ ਜਿਵੇਂ ਘਰ 'ਚ ਕੋਈ ਵਿਆਹ ਸ਼ਾਦੀ ਹੋਵੇ, ਵਿਆਹ ਸ਼ਾਦੀ ਵੇਲੇ ਆਪਾਂ ਕਹਿੰਦੇ ਹਾਂ ਵੀ ਆਹ ਬੰਦਾ ਇੱਥੇ ਬੈਠੂ, ਆਹ ਬੰਦਾ ਇੱਥੇ ਬੈਠੂ। ਹੁਣ ਜੇ ਲਾੜੇ ਦੇ ਬਾਪ ਨੂੰ ਮਿਲਣੀ ਕਰਾਉਣੀ ਹੈ, ਬਾਪ ਨੂੰ ਮਿਲਣੀ ਕਰਾਉਣ ਦੇ ਸਮੇਂ ਦੇ ਉੱਤੇ ਆਪਾਂ ਫੁੱਫੜ ਦੀ ਮਿਲਣੀ ਤਾਂ ਨਹੀਂ ਨਾ ਕਰਾਉਂਦੇ। ਸੋ ਇਸ ਕਰਕੇ ਉਹਦੇ ਵਿੱਚ ਤੈਅਸ਼ੁਦਾ ਹੁੰਦਾ ਵੀ ਆਹ ਜੇ ਕੁਰਸੀਆਂ 10 ਲੱਗੀਆਂ ਨੇ, 10 ਬੰਦਿਆਂ ਨੇ ਬੈਠਣਾ, ਉਹ 'ਚ ਪਤਾ ਹੈ ਵੀ ਆਹ ਕੁਰਸੀ ਤੇ ਆਹ ਬੈਠੂ ਹੈ ਤੇ ਆਹ ਬੈਠੂ, ਉਹਦੀ ਤੈਅ ਹੈ ਮਰਿਆਦਾ। ਉਹ ਮਰਿਆਦਾ 'ਚ ਜਿਹੜੀ ਐਮਐਲਏ ਦਾ ਜਿਹੜਾ ਪ੍ਰੋਟੋਕੋਲ ਹੈ ਉਹ ਚੀਫ ਸੈਕਟਰੀ ਦੇ ਬਰਾਬਰ ਹੈ, ਯਾਨੀ ਕਿ ਸੈਕਟਰੀ ਉਦੋਂ ਪਿੱਛੇ ਬੈਠਣਗੇ। ਜੇ ਅਗਲੀ ਰੋਅ 'ਚ ਇੱਕ ਕੁਰਸੀ ਹੈ ਤੇ ਉੱਥੇ ਐਮਐਲਏ ਹਾਜ਼ਰ ਹੈ ਤੇ ਉੱਥੇ ਸੈਕਟਰੀ ਵੀ ਹਾਜ਼ਰ ਹੈ, ਫਾਈਨੈਂਸ਼ੀਅਲ ਕਮਿਸ਼ਨਰ, ਤਾਂ ਐਮਐਲਏ ਅਗਲੀ ਕੁਰਸੀ 'ਤੇ ਬੈਠੂ। ਇਹ ਹੈਗੀਆਂ ਨੇ ਇਹਦੇ ਵਿੱਚ, ਇਹ ਤਾਂ ਹੋ ਗਿਆ ਇਹਨਾਂ ਨੇ ਇਹ ਪ੍ਰਿਵਿਲੇਜ। ਜਿੱਥੋਂ ਸਵਾਲ ਹੈ ਪੈਸਿਆਂ ਦਾ, ਐਮਐਲਏ ਦੇ ਖਾਤੇ ਕੋਈ ਪੈਸਾ ਨਹੀਂ ਹੁੰਦਾ, ਐਮਐਲਏ ਕੋਲ ਕੋਈ ਪਾਵਰ ਨਹੀਂ ਹੈ ਕੋਈ ਗ੍ਰਾਂਟ ਦੇਵੇ। ਉਹ ਸਰਕਾਰ ਕੋਲੇ ਪਟੀਸ਼ਨ ਕਰਾ ਸਕਦਾ ਹੈ, ਸਰਕਾਰ ਤੋਂ ਗ੍ਰਾਂਟਾਂ ਪੈਰਵੀ ਕਰਕੇ ਮਨਜ਼ੂਰ ਕਰਾ ਸਕਦਾ ਹੈ, ਪਰ ਉਹ ਗ੍ਰਾਂਟ ਸਰਕਾਰ ਮਨਜ਼ੂਰ ਕਰਦੀ ਹੈ, ਨਾ ਕਿ ਐਮਐਲਏ, ਚਾਹੇ ਉਹ ਰਾਜ ਕਰਨੀ ਪਾਰਟੀ ਦਾ ਹੈ, ਚਾਹੇ ਉਹ ਵਿਰੋਧੀ ਪਾਰਟੀ ਦਾ। ਹੁਣ ਇਹ ਜਸਵੰਦੇ ਨੇ ਕਹਿੰਦੇ ਅਸੀਂ ਇੰਨੇ ਪੈਸੇ ਦਿੱਤਾ, ਧੂਰੀ ਦਾ ਐਮਐਲਏ, ਉਹਦੀ ਘਰ ਵਾਲੀ ਕਹੀ ਜਾਂਦੇ ਅਸੀਂ ਇੰਨੇ ਪੈਸੇ ਲਾਤੇ, ਜਾਂ ਤਾਂ ਉਹ ਇਹ ਦੱਸੇ ਜੀ ਅਸੀਂ ਜੇਬ ਚੋਂ ਲਾਤੇ। ਬਿਲਕੁਲ ਬਈ ਪੈਸਾ ਤਾਂ ਸੂਬੇ ਦਾ ਹੈ ਨਾ, ਤੁਸੀਂ ਕਦੋਂ ਲਾਤੇ? ਤੁਸੀਂ ਕਹੋ ਅਸੀਂ ਯਤਨ ਕਰਕੇ ਇਸ ਏਰੀਏ 'ਚ ਇੰਨਾ ਪੈਸਾ ਲਾਇਆ ਆ ਸਰਕਾਰ ਤੋਂ, ਜੇ ਅਗਲੀ ਵਾਰੀ ਤੁਸੀਂ ਸਾਨੂੰ ਮੌਕਾ ਦਿਓਗੇ ਹੋਰ ਲਿਆਵਾਂਗੇ ਭਾਈ, ਤੁਹਾਡੇ ਵਿਕਾਸ ਹੋਣਾ। ਤੁਸੀਂ ਕਹਿੰਦੇ ਅਸੀਂ ਲਾਤੇ, ਫਿਰ ਤੁਸੀਂ ਕਹਿੰਦੇ ਅਸੀਂ ਉਹਦੀ ਸਮੀਖਿਆ ਕਰਾਂਗੇ। ਜਿਹੜਾ ਪੈਸਾ ਉੱਥੇ ਖਰਚ ਹੁੰਦਾ ਉਹਦੀ ਸਮੀਖਿਆ ਦਾ ਸਾਡੇ ਤੌਰ ਤਰੀਕੇ ਬਣੇ ਹੋਏ ਨੇ, ਉਹਨੂੰ ਅਸੀਂ ਕਹਿੰਦੇ ਟੈਕਨੀਕਲ ਆਡਿਟ, ਫਾਈਨੈਂਸ਼ੀਅਲ ਆਡਿਟ। ਇੱਕ ਅਸੀਂ ਕਹਿੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਸੋਸ਼ਲ ਆਡਿਟ। ਹੁਣ ਜੇ ਉਹਦੇ 'ਚ ਟੈਕਨੀਕਲ ਆਡਿਟ ਹੋ ਰਿਹਾ ਹੈ, ਜੇ ਫਾਈਨੈਂਸ਼ੀਅਲ ਆਡਿਟ ਹੋ ਰਿਹਾ ਹੈ, ਜੇ ਸੋਸ਼ਲ ਆਡਿਟ ਹੋ ਰਿਹਾ, ਚਲੋ ਸੋਸ਼ਲ ਆਡਿਟ 'ਚ ਮੈਂ ਕਹਿ ਸਕਦਾ ਜੀ ਅਸੀਂ ਕਰਾਂਗੇ ਸੋਸ਼ਲ ਇਕੱਠੇ ਹੋ ਕੇ, ਪਰ ਉਹਨੂੰ ਇਹ ਅਧਿਕਾਰ ਨਹੀਂ ਆ ਕਦੇ ਕਹਿਣ ਦਾ, ਕਿਉਂਕਿ ਹੋ ਸਕਦਾ ਐਮਐਲਏ ਰਲਿਆ ਹੋਵੇ, ਉਹ ਸੋਸ਼ਲ ਆਡਿਟ ਕਰਕੇ ਕਹਿੰਦੇ ਵੀ ਇਹ ਤਾਂ ਠੀਕ ਹੈ ਜੀ, ਸਭ ਕੁਝ ਹੀ ਠੀਕ ਹੈ, ਲੋਕਾਂ ਦਾ ਤਾਂ ਰੌਲਾ ਐਵੇਂ ਰਹਿ ਗਿਆ। ਸੋ ਸੋਸ਼ਲ ਆਡਿਟ ਬਾਕਾਇਦਾ ਸਾਡੇ ਕਾਨੂੰਨੀ ਤਰੀਕੇ ਨਾਲ ਬਣਿਆ ਹੋਇਆ ਕਿ ਸੋਸ਼ਲ ਆਡਿਟ ਦਾ ਅਧਿਕਾਰ ਹੈ, ਪਰ ਇਹ ਉਹ ਆਡਿਟ ਤਾਂ ਇਹਨਾਂ ਨੂੰ ਨਾ ਤਾਂ ਆਪ ਨੂੰ ਪਤਾ ਵੀ ਫਾਈਨੈਂਸ਼ੀਅਲ ਆਡਿਟ, ਇਹ ਤਾਂ ਉਹ ਬਾਬੂਆਂ ਦੇ ਕੋਲੇ, ਮੈਂ ਤਾਂ ਦੇਖਿਆ ਸਰਕਾਰ 'ਚ ਰਹਿ ਕੇ ਵੀ ਉਹ ਤਾਂ ਬਾਬੂ, ਇਹਨਾਂ ਤੋਂ ਬਾਬੂ ਨਹੀਂ ਬਸ ਜਾਂਦਾ। ਸੋ ਇਹ ਜਿਹੜੇ ਨੇ ਇਹ ਨੁਮਾਇੰਦੇ ਦੇ ਤੌਰ ਤੇ ਕੰਮ ਕਰਨ ਦੀ ਬਜਾਏ ਇੱਕ ਦੂਜੇ ਦੇ ਵਿਰੋਧੀ ਦੇ ਤੌਰ ਤੇ, ਆਪਣਾ ਹੰਕਾਰ ਦੇ ਤੌਰ ਤੇ, ਆਪਣਾ ਜਿਹੜਾ ਤੁਸੀਂ ਕਿਹਾ ਐਮਐਲਏਆਂ ਦੇ ਬੱਚੇ ਜਾਂਦੇ ਨੇ, ਇੱਥੇ ਤਾਂ ਮਿਨਿਸਟਰਾਂ ਦੇ ਬੱਚੇ ਮੀਟਿੰਗਾਂ ਅਟੈਂਡ ਕਰਦੇ ਸੀ, ਤੁਸੀਂ ਸੁਣਿਆ ਨਹੀਂ ਸੀ ਚੰਨੀ ਸਾਹਿਬ ਦਾ ਰਿਸ਼ਤੇਦਾਰ ਕਿਵੇਂ ਬਹਿ ਗਿਆ ਸੀ ਕੈਬਨਿਟ 'ਚ। ਬਿਲਕੁਲ ਤੇ ਤੁਸੀਂ ਸੁਣਿਆ ਨਹੀਂ ਸੀ ਜਿਹੜੀ ਇਹ ਉਹ ਸੀਗੇ ਸਿੱਖਿਆ ਮੰਤਰੀ ਬਣੇ ਸੀਗੇ, ਇੱਧਰ ਦੀਨਾਨਗਰ ਤੋਂ ਸ਼ਾਇਦ ਸੀਗੇ ਉਹ, ਤੇ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਜੁਆਇਨ ਕਰਾਉਣ ਗਿਆ ਸੀ, ਆਪ ਬਹਿ ਗਿਆ ਸੀ ਕੁਰਸੀ ਤੇ, ਉਹ ਸਿੱਖਿਆ ਮੰਤਰੀ ਬਣੇ ਸੀ, ਕਹਿੰਦਾ ਮੈਂ ਦੱਸੂ ਇਹਨਾਂ ਨੂੰ। ਇੱਕ ਕੇਂਦਰ ਦੇ ਵਿੱਚੋਂ ਬਿਹਾਰ ਦਾ ਵਜ਼ੀਰ, ਉਹ ਆਪ ਤਾਂ ਪਤਾ ਨਹੀਂ ਬੀਡੀਪੀਓ ਕਿ ਡੀਡੀਪੀਓ ਰਿਟਾਇਰ ਹੋਇਆ ਸੀ, ਉਹ ਕਹਿੰਦਾ ਉਹਦੀ ਘਰ ਵਾਲੀ ਮੰਤਰੀ ਬਣ ਗਈ ਕੇਂਦਰ ਦੀ, ਕਹਿੰਦਾ ਮੈਂ ਇਹਨੂੰ ਦੱਸੂ ਵੀ ਮੰਤਰੀ ਕਿਵੇਂ ਚਲਾਈਦੀ ਆ, ਮੈਂ ਦਫ਼ਤਰ 'ਚ ਬੈਠ ਕੇ ਕੰਮ ਕਰਿਆ ਕਰੂੰ। ਸਾਡੇ ਜਿਹੜਾ ਇਹਨੂੰ ਕਹਿੰਦੇ ਆ ਅਸੀਂ ਐਕਸਟਰਾ ਕੌਨਸਟੀਟਿਊਸ਼ਨਲ ਅਥਾਰਟੀ, ਇਹ ਜਿਹੜੀ ਐਕਸਟਰਾ ਕੌਨਸਟੀਟਿਊਸ਼ਨਲ ਅਥਾਰਟੀ ਹੈ, ਇਹ ਸਭ ਤੋਂ ਪਹਿਲਾਂ ਸੰਜੇ ਗਾਂਧੀ ਨੇ ਯੂਜ਼ ਕਰਨੀ ਸ਼ੁਰੂ ਕੀਤੀ। ਉਦੋਂ ਪਹਿਲਾਂ ਵੀ ਹੁੰਦੀ ਸੀ ਮਾੜੀ ਮੋਟੀ, ਪਰ ਐਨੀ ਨਹੀਂ ਸੀ। ਕੈਰੋਂ ਦੇ ਜਵਾਕਾਂ ਦੇ ਉੱਤੇ ਐਲੀਗੇਸ਼ਨ ਲੱਗਦੇ ਸੀ, ਪਰ ਉਹਨਾਂ ਨੇ ਕਦੇ ਪਬਲਿਕਲੀ ਆ ਕੇ ਨਹੀਂ ਕਰਿਆ ਸੀ।
ਉਦੋਂ ਬਾਅਦ ਤਾਂ ਇੰਨਾ ਹਾਲ ਹੋ ਗਿਆ ਇੱਥੇ ਕਾਂਗਰਸ ਦੇ, ਅਕਾਲੀਆਂ ਦੇ, ਉਹਨਾਂ ਦੇ ਜਵਾਕ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੀਆਂ ਬੀਵੀਆਂ, ਉਹਨਾਂ ਦੇ ਬੱਚੇ, ਉਹ ਸਰਕਾਰੀ ਫੰਕਸ਼ਨਾਂ ਨੂੰ ਪ੍ਰੈਜ਼ਾਈਡ ਕਰਦੇ ਨੇ ਔਰ ਅਫਸਰ ਚਮਕੀ ਮਾਰਦੇ ਨੇ, ਕਿਉਂਕਿ ਅਫਸਰ ਉਹਨਾਂ ਨਾਲ ਰਲ ਕੇ ਪੋਸਟਿੰਗ ਲੈਣੀ ਆ, ਜਿਹੜੀ ਹੇਰਾ ਫੇਰੀ ਠੱਗੀ ਚੋਰੀ ਹੋਈ ਆ ਉਹਦਾ ਵੀ ਕੁਝ ਕਰਨਾ ਹੈ। ਸੋ ਇਸ ਕਰਕੇ ਇੱਥੇ ਸਾਰੇ ਦੇ ਸਾਰੇ ਚੋਰ ਤੇ ਚੌਕੀਦਾਰ ਰਲੇ ਹੋਏ ਨੇ। ਇਹ ਆਪਦੇ ਰਾਈਟਸ ਦੀ ਗੱਲ ਨਹੀਂ ਕਰਦੇ। ਇਸੇ ਤਰ੍ਹਾਂ ਜਦ ਇੱਕ MLA ਹੈ, ਉਹਦੀ ਥਾਂ ਦੇ ਉੱਤੇ ਹਲਕਾ ਇੰਚਾਰਜ ਬਣਾਉਣੇ ਸ਼ੁਰੂ ਕਰਤੇ। ਵੀ ਹਲਕਾ ਇੰਚਾਰਜ ਦਾ ਕੀ ਮਤਲਬ ਹੈ? ਹਲਕਾ ਇੰਚਾਰਜ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ ਹੈ, ਉਹ ਪਬਲਿਕ ਮੈਨ ਦੇ ਤੌਰ ਤੇ ਆਪਣੀਆਂ ਐਜੀਟੇਸ਼ਨਾਂ ਕਰੇ, ਆਪਦੇ ਲੋਕਾਂ ਨੂੰ ਆਰਗੇਨਾਈਜ਼ ਕਰੇ, ਡੈਪੂਟੇਸ਼ਨ ਮਿਲੇ, ਪਰ ਉਹ ਬਤੌਰ MLA ਉਹਦਾ ਕੰਮ ਕਿਉਂ ਹੋਵੇ? MLA ਨੂੰ ਚੁਣੇ ਹੋਏ ਨੂੰ ਜੇ ਆਪੋਜੀਸ਼ਨ ਪਾਰਟੀ ਕੋਈ ਪੁੱਛਦਾ ਨਹੀਂ ਤੇ ਉਹ ਹਲਕਾ ਇੰਚਾਰਜ ਨੂੰ ਪੁੱਛਦੇ ਨੇ, ਜਿਹੜੀ ਰਾਜ ਕਰਨ ਵਾਲੀ ਪਾਰਟੀ ਹੈ। ਹੁਣ ਜਿਹੜੇ ਚੁਣੇ ਹੋਏ MLA ਨੇ ਉਹ ਕੀ ਕਰਦੇ ਨੇ? ਉਹ ਆਪਦਾ ਹੱਕ ਜਤਾਉਂਦੀ ਨਹੀਂ। ਕਾਂਗਰਸ ਦੇ 46 MLA ਸੀ, ਇੱਕ ਵਾਰੀ 44 ਸੀਗੇ। ਕਹਿੰਦੇ ਸਾਨੂੰ ਕੌਣ ਪੁੱਛਦਾ ਜੀ, ਅਸੀਂ ਤਾਂ ਆਪੋਜੀਸ਼ਨ 'ਚ ਆ। ਕਿਉਂਕਿ ਇਹਨਾਂ ਨੇ ਵੰਡ ਲਿਆ, ਇੱਥੋਂ ਤੱਕ ਕਹਿਣ ਤੱਕ ਚਲੇ ਗਏ। ਮੈਂ ਇੱਕ MLA ਦਾ ਆਪ ਬਿਆਨ ਸੁਣਿਆ ਕਾਂਗਰਸੀ ਦਾ, ਉਹ ਕਹਿੰਦਾ ਯਾਰ ਪਹਿਲਾਂ ਇਹ ਸੀਗੇ, ਅਸੀਂ ਇਹਨਾਂ ਨੂੰ ਕਿਹੜਾ ਟੋਕਿਆ, ਇਹ ਆਪਦਾ ਰਾਜ ਕਰਦੇ ਗਏ ਨੇ, ਹੁਣ ਅਸੀਂ ਕਰਦੇ ਹਾਂ, ਸਾਨੂੰ ਕਰਨ ਦੇਣ। ਮਤਲਬ ਇਹ ਹੈ ਵੀ ਜਦ ਤੁਸੀਂ ਭਾਵੇਂ ਚੋਰੀ ਠੱਗੀ ਜੋ ਮਰਜ਼ੀ ਸਾਈ ਸਫੇਦੀ ਕਰੀ ਜਾਓ, ਜਿੱਦੇ ਅਸੀਂ ਆਉਦੇ ਅਸੀਂ ਸਾਈ ਸਫੇਦੀ ਕਰੀ ਜਾਣਾ। ਆਪਸੇ ਸਾਂਝੀ ਪਾਈ ਰੱਖੋ, ਉੱਤਰ ਕਾਟੋ ਮੈਂ ਚੜਾ, ਹੁਣ ਮੇਰੀ ਵਾਰ। ਤੇ ਇਹ ਜਿਹੜਾ ਹੈਗਾ MLA ਨੂੰ ਇਸ ਤੋਂ ਅੱਗੇ ਡਿਊਟੀ ਦੇ ਤੌਰ ਤੇ, ਸੋ ਡਿਊਟੀ ਇਹ ਤਾਂ ਕਰਦੇ ਨਹੀਂ। ਉਹ ਇਹ ਨਾ ਕਰਨ ਕਰਕੇ ਤੁਸੀਂ ਲੋਕ ਬੜਾ ਰੌਲਾ ਪਾਉਂਦੇ, ਪੜ੍ਹੇ ਲਿਖੇ ਹੋਣੇ ਚਾਹੀਦੇ ਨੇ, ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਇਹ ਭਾਵੇਂ ਕਿ 2 ਹਲਕਿਆਂ ਵਿੱਚ ਚੋਣ ਲੜਨ ਤੇ ਤਾਂ ਕੋਈ ਬੈਨ ਨਹੀਂ, ਪਰ ਜਦ MLA 2 ਹਲਕਿਆਂ ਚੋਂ ਚੋਣ ਲੜਦੇ ਤਾਂ ਮਤਲਬ ਤਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ। 2 ਹਲਕਿਆਂ ਚੋਂ ਚੋਣ ਲੜਨ ਦਾ ਕੀ ਮਤਲਬ? ਤੁਸੀਂ ਲੋਕਾਂ ਦੇ ਖਰਚਾ ਪਾ ਰਹੇ ਹੋ, ਲੋਕ ਬੇਵਕੂਫ ਨੇ ਵੀ ਰੋਜ਼ ਤੁਸੀਂ ਬੁਲਾਉਂਦੇ ਹੋ। ਸੋ ਜਦ ਤੁਸੀਂ ਇਹ ਗੱਲਾਂ ਕਰਦੇ ਹੋ, ਹੁਣ ਵੀ ਮੈਂ ਅੱਜ ਕਿਤੇ ਟਿਕਟ ਪੜ੍ਹ ਰਿਹਾ ਸੀ, ਕਾਂਗਰਸ ਨੇ 2 ਹਲਕਿਆਂ ਤੋਂ ਮੌਜੂਦਾ ਮੁੱਖ ਮੰਤਰੀ ਨੂੰ ਟਿਕਟ ਦਿੱਤੀ ਹੈ। ਪਤਾ ਨਹੀਂ ਸੱਚ ਹੈ ਕਿ ਝੂਠ ਹੈ, ਕਿਤੇ ਲਿਖਿਆ ਹੈ, ਕਿੰਨਾ ਕੁ ਸੱਚ ਹੈ ਕਿੰਨਾ ਝੂਠ ਹੈ ਮੈਨੂੰ ਨਹੀਂ ਪਤਾ। ਖਬਰ ਚੰਨੀ ਸਾਹਿਬ ਨੂੰ 2 ਥਾਂ ਤੋਂ, ਇੱਕ ਭਦੌੜ ਤੋਂ ਤੇ ਇੱਕ ਚਮਕੌਰ ਸਾਹਿਬ ਤੋਂ। ਹਾਂ, ਸੇ ਜੇ 2 ਹਲਕਿਆਂ ਤੋਂ ਤੁਸੀਂ, ਮਜੀਠਾ ਵੀ ਇਹੀ ਕਰ ਰਿਹਾ ਹੈ, ਜੇ ਤੁਸੀਂ 2 ਹਲਕਿਆਂ ਤੋਂ ਚੋਣ ਲੜਨੀ ਹੈ, ਕੈਪਟਨ ਸਾਹਿਬ ਨੇ ਵੀ ਪਿਛਲੀ ਵਾਰੀ ਇਹੀ ਕਰਿਆ, ਪਟਿਆਲੇ ਤੋਂ ਵੀ ਲੜੀ ਤੇ ਲੰਬੀ ਤੋਂ ਵੀ ਲੜੀ। ਸੋ ਜੇ ਤੁਸੀਂ 2 ਹਲਕਿਆਂ ਤੋਂ ਚੋਣ ਲੜਨੀ ਹੈ ਤਾਂ ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣੇ, ਤੇ ਨਾਲ ਤੁਸੀਂ ਆਪਦੇ ਪਰਿਵਾਰ 'ਚ, ਆਪਦੀ ਜਾਤ 'ਚ, ਆਪਦੇ ਧਰਮ 'ਚ ਹੀ ਸਿਆਸਤ ਰੱਖਣੀ ਚਾਹੁੰਦੇ ਹੋ। ਦੂਜੇ ਨੂੰ ਤਾਂ ਜਮਾਂ ਹੀ ਨਹੀਂ ਡਵੇ ਲੱਗਣ ਦਿੰਦੇ। ਹੋਰ ਬੰਦੇ ਘੱਟ ਗਏ ਕਿਤੇ। ਪਹਿਲਾਂ ਇਹ ਹੁਣ ਦੇ ਮੌਜੂਦਾ ਮੁੱਖ ਮੰਤਰੀ ਭਦੌੜ ਤੋਂ ਆਪਦੇ ਮੁੰਡੇ ਵਾਸਤੇ ਟਿਕਟ ਮੰਗਦੇ ਸੀ, ਉਹ ਮਿਲੀ ਨਹੀਂ, ਫਿਰ ਆਪਦੇ ਵਾਸਤੇ ਲੈ ਲਈ। ਹੁਣ ਜਦ 2 ਚੋਣਾਂ ਉਹ ਲੜਨਗੇ ਤਾਂ ਇੱਕ ਸੀਟ ਜੇ ਦੋਹਾਂ ਤੇ ਜਿੱਤ ਜਾਂਦੇ ਨੇ ਮੰਨ ਲਓ, ਤੇ ਫਿਰ ਇੱਕ ਸੀਟ ਤਾਂ ਵਕੇਟ ਕਰਨੀ ਪਊਗੀ ਨਾ, ਕਿਉਂਕਿ 2 ਤਾਂ ਰੱਖ ਨਹੀਂ ਸਕਦਾ ਕੋਈ। ਸੰਵਿਧਾਨ ਦੇ ਵਿੱਚ ਹੀ ਲਿਖਿਆ ਹੈ ਇਹੀ, ਜਿਹੜੇ ਮੈਂ ਆਰਟੀਕਲ ਤੁਹਾਨੂੰ ਦੱਸੇ ਨੇ 188 ਤੋਂ 212 ਤੱਕ, ਉਹਦੇ ਵਿੱਚ ਲਿਖਿਆ ਵੀ 2 ਸੀਟਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਕੋਈ। ਜਦੋਂ 2 ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ, ਉਹਦਾ ਭਾਵ ਤਾਂ ਇਹੀ ਸੀ ਵੀ 2 ਤੋਂ ਚੋਣ ਵੀ ਨਹੀਂ ਲੜੇਗਾ। ਇਹਨਾਂ ਨੇ ਚੋਣ ਲੜਾਣੀ ਸ਼ੁਰੂ ਕਰਤੀ, ਫਿਰ ਵੀ ਬਾਅਦ ਚ ਰਿਜ਼ਾਈਨ ਕਰ ਦੋ, ਇੱਕ ਤੋਂ। ਪਰ ਲੋਕ ਬੇਵਕੂਫ ਨੇ, ਲੋਕ ਪਾਗਲ ਹੋ ਗਏ। ਫਿਰ ਜੇ ਸੂਬੇ ਦਾ ਮੁੱਖ ਮੰਤਰੀ 2 ਸਾਲ ਤੋਂ ਚੋਣ ਲੜ ਰਿਹਾ ਹੈ, ਉਹਨੂੰ ਨਾ ਤਾਂ ਆਪਦੇ ਆਪ ਤੇ ਯਕੀਨ ਹੈ ਤੇ ਨਾ ਉਹਦੀ ਪਾਰਟੀ ਨੂੰ ਯਕੀਨ ਹੈ। ਉਹਦੀ ਪਾਰਟੀ ਵਾਲੇ ਕਹਿੰਦੇ ਚੱਕ ਦੋ ਫੱਟੇ। ਫਿਰ ਜੇ ਚੱਕ ਦੋ ਫੱਟੇ ਕਰਨੇ ਨੇ, ਫਿਰ ਲੋਕ ਕੀ ਕਰਨਗੇ ਵਿਚਾਰੇ? ਉਹ ਕਹਿੰਦੇ ਯਾਰ ਜਿੱਥੇ ਪਾਉਣੀਆਂ ਪਾ ਦੋ, ਇਹਨਾਂ ਦਾ ਸਾਰਿਆਂ ਦਾ ਹਾਲ ਉਹੀ ਹੈ। ਸੋ ਇਸ ਕਰਕੇ ਇਸ ਤੋਂ ਅੱਗੇ ਕੀ ਕਰਦੇ ਨੇ, ਇਹਨਾਂ ਨੂੰ ਪੁੱਛ ਲਓ। ਜਿਹੜੇ ਰਾਜ ਕਰਨ ਵਾਲੀ ਧਿਰ ਹੈ, ਉਹਨੇ ਕਦੇ ਕਾਨੂੰਨ ਜਿਹੜੇ ਬਣਾਉਣੇ ਹੁੰਦੇ ਨੇ ਸਮੇਂ ਦੇ ਉੱਤੇ, ਉਹਦਾ ਖਰੜਾ ਦਿੱਤਾ ਹੀ ਨਹੀਂ MLA ਨੂੰ। MLA ਕੋਲੇ ਉਹਦਾ ਖਰੜਾ ਪਹਿਲਾਂ ਜਾਣਾ ਜ਼ਰੂਰੀ ਹੁੰਦਾ ਹੈ, ਸਰਕੂਲੇਟ ਹੁੰਦਾ ਸੀ। ਇਹ ਪਿਛਲੇ 20 ਸਾਲ 'ਚ ਬਿਲਕੁਲ ਹੀ ਬੰਦ ਹੀ ਕਰਤਾ, ਉਸ ਮੌਕੇ ਤੇ ਫੜਾ ਦਿੰਦੇ ਨੇ। ਫਿਰ ਉਹ ਸਾਰੀਆਂ ਅੰਗਰੇਜ਼ੀ, ਹਿੰਦੀ, ਪੰਜਾਬੀ, ਘੱਟੋ ਘੱਟ ਅੰਗਰੇਜ਼ੀ ਔਰ ਪੰਜਾਬੀ 'ਚ ਪੰਜਾਬ ਦੀ ਵਿਧਾਨ ਸਭਾ 'ਚ ਜ਼ਰੂਰੀ ਇੱਕ ਕਿਸਮ ਦਾ ਹੁੰਦਾ ਹੈ, ਤੇ ਉਹ ਨਹੀਂ ਦਿੱਤਾ ਜਾਂਦਾ। ਜੇ ਦਿੱਤਾ ਜਾਂਦਾ ਮੌਕੇ ਤੇ, ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਹੁੰਦਾ। ਜਿਹੜਾ ਮੰਤਰੀ ਉੱਥੇ ਪੇਸ਼ ਕਰਦਾ, ਮੰਤਰੀ ਵੀ ਤਾਂ MLA ਆ ਨਾ ਆਖਰਕਾਰ, ਪਹਿਲਾਂ ਤਾਂ ਹੀ ਉਹ ਮੰਤਰੀ ਹੈ। ਜੋ MLA ਨਹੀਂ ਰਹਿੰਦਾ ਤਾਂ ਮੰਤਰੀ ਵੀ ਨਹੀਂ ਰਹਿੰਦਾ, ਆਪਾਂ ਦੇਖਿਆ ਹੀ ਹੈਗਾ। ਸੋ ਜੇ ਉਹ MLA ਦੇ ਬਤੌਰ MLA ਉਹਨੇ ਦੇਖਿਆ ਹੀ ਨਹੀਂ ਪੂਰੀ ਤਰ੍ਹਾਂ ਵੀ ਭਾਈ ਇਹ ਕਾਨੂੰਨ ਕੀ ਹੈ, ਆਪਾਂ ਕਾਹਦੇ ਵਾਸਤੇ ਬਣਾ ਰਹੇ ਹਾਂ, ਇਹਦੇ 'ਚ ਕਿਹੜੀ ਮਾਦਾ ਹੈ, ਕਿਤੇ ਲੋਕਾਂ ਦੇ ਉਲਟ ਤਾਂ ਨਹੀਂ ਚਲੀ ਜਾਊਗੀ। ਆਪ ਨਹੀਂ ਪਤਾ ਲੱਗਦਾ। ਵੈਸੇ ਤਾਂ ਆਪ ਇੰਨਾ ਘਾਗ ਹੁੰਦੇ ਨੇ ਬੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਕਰਨਾ ਹੈ। ਕਿਸੇ ਅਫਸਰਾਂ ਨੂੰ ਪੁੱਛਣ, ਕਾਨੂੰਨ ਵਾਲਿਆਂ ਨੂੰ ਪੁੱਛਣ ਵੀ ਭਾਈ ਇਹ ਹੈ। ਫਿਰ ਇਹ ਜਿਹੜਾ ਕਾਨੂੰਨ ਬਣਾ ਰਿਹਾ, ਸਾਨੂੰ ਅਖਤਿਆਰ ਖੇਤਰ ਹੈਗਾ, ਉਹ ਪੁੱਛਣ। ਫਿਰ ਇਹ ਕਾਨੂੰਨ ਬਣ ਗਿਆ, ਲੋਕਾਂ ਤੇ ਇਹਦਾ ਪ੍ਰਭਾਵ ਕੀ ਪਏਗਾ, ਸਾਡੇ ਪ੍ਰਸ਼ਾਸਨ ਤੇ ਕੀ ਪ੍ਰਭਾਵ ਪਏਗਾ, ਅਰਥਚਾਰੇ ਤੇ ਕੀ ਪ੍ਰਭਾਵ ਪਏਗਾ, ਸਾਡੀ ਸਿਆਸਤ ਤੇ ਕੀ ਪ੍ਰਭਾਵ ਪਏਗਾ, ਲੋਕਾਂ ਦੇ ਜੀਵਨ ਤੇ ਕੀ ਪ੍ਰਭਾਵ ਪਏਗਾ, ਕਿਤੇ ਅਦਾਲਤ 'ਚ ਚੁਣੌਤੀ ਤਾਂ ਨਹੀਂ ਮਿਲ ਜੂਗੀ। ਇਹ ਗੱਲਾਂ ਜਿਹੜੀਆਂ ਨੇ ਇਹ ਪਹਿਲਾਂ ਦੇਖਣੀਆਂ ਹੁੰਦੀਆਂ ਨੇ, ਇਹ ਦੇਖਦੀ ਨਹੀਂ। ਇਹ ਕਹਿੰਦੇ ਦੇਖੀ ਜਾਊਗੀ, ਜਾਂ ਚੁਣੌਤੀ ਮਿਲੂ ਉਦੋਂ ਦੇਖ ਦਾਂਗੇ। ਇਹੀ ਕੰਮ ਬਾਬੂ ਕਰਦੇ ਨੇ ਸਰਕਾਰਾਂ 'ਚ।
ਉਹ ਕਹਿੰਦੇ ਫੈਸਲਾ ਕਰ ਦਿਓ ਕਿਸੇ ਦੇ ਉਲਟ, ਅਗਲਾ ਕੋਰਟ 'ਚ ਜਾਊਗਾ ਤੇ ਉੱਥੇ ਅਸੀਂ ਜਵਾਬ ਦੇ ਦਾਂਗੇ। ਹੁਣ ਤਾਂ ਸ਼ਰੇਆਮ ਬਾਬੂ ਇਹਨਾਂ ਦੇ ਇਹਨਾਂ ਕਾਰਨਾਮਿਆਂ ਕਰਕੇ ਐਮਐਲਏਆਂ ਦੇ ਇਹ ਕਹਿਣ ਲੱਗੇ ਵੀ ਤੁਸੀਂ ਅਦਾਲਤ 'ਚ ਜਾ ਰਹੇ ਹੋ ਜੀ, ਜਿਹੜਾ ਕੁਝ ਕਰਨਾ ਕਰ ਲਿਓ। ਬਿਲਕੁਲ ਬਿਲਕੁਲ, ਕਿਉਂਕਿ ਉੱਥੇ ਰਾਈਟ। ਸੋ ਮੈਂ ਤਾਂ ਕਹਿਣਾ ਵੀ ਜਿਹੜਾ ਐਮਐਲਏ ਦਾ ਇਹ ਰਾਈਟ ਸੀ, ਇਹ ਰਾਈਟ ਸੀ ਉਹਦਾ, ਔਰ ਉਹਦੀ ਡਿਊਟੀ ਵੀ ਸੀ ਕਿ ਉਹ ਕਾਨੂੰਨ ਨੂੰ ਪੜ੍ਹੇ, ਕਾਨੂੰਨ ਨੂੰ ਸਮਝੇ। ਜਦ ਉੱਥੇ ਕਾਨੂੰਨ ਬਣਦਾ ਹੈ, ਚਾਹੇ ਵਿਰੋਧੀ ਪਾਰਟੀ ਦਾ ਚਾਹੇ ਰਾਜ ਕਰਨ ਵਾਲੀ ਪਾਰਟੀ ਦਾ, ਇਹਨਾਂ ਸਾਰੀਆਂ ਗੱਲਾਂ ਚੋਂ ਨਿਕਲਿਆ ਕੀ ਹੈ? ਆਪਦੇ ਜਵਾਕਾਂ ਨੂੰ ਬਿਠਾ ਦਿਓ, ਹਲਕਾ ਇੰਚਾਰਜ ਬਣਾ ਦਿਓ, ਫਿਰ ਕਹੋ ਅਸੀਂ ਤਾਂ ਆਪੋਜੀਸ਼ਨ ਹਾਂ ਜੀ, ਅਸੀਂ ਕੀ ਕਰੀਏ। ਫਿਰ ਜਦ ਆਪੋਜੀਸ਼ਨ ਚੋਂ ਤੁਸੀਂ ਪੜ੍ਹੇ ਲਿਖੇ ਇੱਕ ਬੰਦਾ ਸ਼ਾਇਦ SC ਰਿਟਾਇਰ ਹੈ, ਸੁਪਰਡੈਂਟ ਇੰਜੀਨੀਅਰ ਆਪ ਪਾਰਟੀ ਦਾ ਸੀ, ਉਹ ਰਲ ਗਿਆ ਜੀ ਜਾ ਕੇ ਕਾਂਗਰਸ 'ਚ। ਮੈਂ ਪੁੱਛਿਆ ਵੀ ਤੂੰ, ਮੈਨੂੰ ਮਿਲਿਆ ਇੱਕ ਦਿਨ, ਮੈਂ ਕਿਹਾ ਤੁਸੀਂ ਆਹ ਕੀ ਕਰਿਆ? ਡਾਕਟਰ ਸਾਹਿਬ ਕੰਮ ਨਹੀਂ ਹੁੰਦੇ ਸੀ। ਫਿਰ ਮੈਂ ਆਖਿਆ ਇਹ ਤਾਂ ਹੁਣ ਤੁਸੀਂ ਕਹਿੰਦੇ ਪੜ੍ਹੇ ਲਿਖੇ ਚੁਣੋ, ਜੇ ਬੰਦੇ ਐਡੇ ਐਡੇ ਅਹੁਦਿਆਂ ਤੇ ਰਹੇ ਹੋਏ ਸਮਝਦੇ ਨੇ ਵੀ ਆਪੋਜੀਸ਼ਨ ਦਾ ਐਮਐਲਏ ਤਾਂ ਕੁਝ ਕਰ ਹੀ ਨਹੀਂ ਸਕਦਾ, ਫਿਰ ਆਪੋਜੀਸ਼ਨ ਦਾ ਐਮਐਲਏ ਚੁਣੇ ਕਾਹਦੇ ਵਾਸਤੇ ਜਾਂਦੇ ਨੇ? ਉਂਝ ਹੀ ਨੋਮੀਨੇਟ ਕਰ ਦਿੰਦੇ, ਆਹ ਪਾਰਟੀ ਨੂੰ ਕੀ ਰਾਜ ਕਰਾ ਦਿਓ ਯਾਰ, ਇਹਨਾਂ ਦੀ ਬਣਾ ਦਿਓ। ਬਿਲਕੁਲ, ਇਹਦਾ ਮਤਲਬ ਆਪੋਜੀਸ਼ਨ ਦੇ ਐਮਐਲਏ ਨੂੰ ਖੁਦ ਹੀ ਨਹੀਂ ਪਤਾ ਵੀ ਮੇਰੀ ਪਾਵਰ ਕੀ ਹੈ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਮੇਰਾ ਇਹ ਦੁਖਾਂਤ ਇਹਦੇ ਵਿੱਚ ਜਿਹੜਾ ਤੁਸੀਂ ਸਵਾਲ ਕਰਿਆ ਹੈ, ਮੈਨੂੰ ਇਹ ਲੱਗਦਾ ਹੈ ਵੀ ਜਦ ਕਿਸੇ ਨੇ ਨਾ ਡਰਾਈਵਿੰਗ ਲਾਇਸੈਂਸ ਲੈਣਾ ਹੋਵੇ, ਇੱਥੇ ਆ 23 ਸੈਕਟਰ 'ਚ ਬਣਿਆ ਹੋਇਆ ਪਾਰਕ, ਉਹਦੇ 'ਚ ਨਾ ਘੁਮਾ ਘਮੂਕੇ ਜੇ ਦੇਖਦੇ ਨੇ, ਜੇ ਇੱਕ ਵਾਰੀ ਬੰਦੇ ਤੋਂ ਨਾ ਆਵੇ ਉਹਨੂੰ ਕਹਿੰਦੇ ਹੁਣ 15 ਦਿਨਾਂ ਬਾਅਦ ਆਈ ਜਾਂ ਹਫ਼ਤੇ ਬਾਅਦ। ਮੈਂ ਤਾਂ ਕਦੇ ਨਾ ਮੈਨੂੰ ਡਰਾਈਵਿੰਗ ਆਉਂਦੀ ਹੈ ਨਾ ਮੈਂ ਦੱਸਾਂਦੇ, ਮੈਨੂੰ ਤਾਂ ਲੋਕ ਹੀ ਦੱਸਦੇ ਨੇ, ਮੈਨੂੰ ਨਹੀਂ ਪਤਾ ਕਿੰਨੀ ਕੁ ਸੱਚ ਹੈ ਕਿੰਨੀ ਕੁ ਗੱਲ ਹੈ। ਫਿਰ ਮੈਨੂੰ ਲੱਗਦਾ ਵੀ ਲੈਂਦੇ ਹੋਣਗੇ ਘੁਮਾ ਘਮੂਕੇ ਵੀ, ਗੱਡੀ ਮੋੜਨੀ ਆਉਂਦੀ ਆ ਨਹੀਂ ਆਉਂਦੀ, ਇਹਨੂੰ ਨਿਸ਼ਾਨ ਦੇਖਣੇ ਆਉਂਦੇ ਨੇ ਨਹੀਂ ਆਉਂਦੇ ਟ੍ਰੈਫਿਕ ਦੇ, ਕੁਛ ਤਾਂ ਹੋਊਗਾ ਹੀ ਨਾ ਵੀ ਗੱਡੀ 'ਤੇ ਬੈਠਣਾ ਵੀ ਇਹਨੂੰ ਚਲਾਉਣੀ ਵੀ ਆਉਂਦੀ ਹੈ ਕਿ ਨਹੀਂ। ਠੀਕ, ਇੱਕ ਡਰਾਈਵਰ ਬਣਾਉਣ ਵਾਸਤੇ ਤੁਸੀਂ ਇਹ ਟ੍ਰੇਨਿੰਗ, ਕਿਉਂਕਿ ਉਹਨੂੰ ਟ੍ਰੇਨਿੰਗ ਚਾਹੀਦੀ ਹੈ, ਸੱਚਮੁੱਚ ਚਾਹੀਦੀ ਹੈ। ਤੁਸੀਂ ਇੱਕ ਐਮਐਲਏ ਜਿਹਨੇ ਕਾਨੂੰਨ ਬਣਾਉਣੇ ਨੇ, ਜਿਹਨੇ ਕਾਨੂੰਨ ਬਾਰੇ ਸਾਰੇ ਮਸਲੇ, ਹਰ ਤਰ੍ਹਾਂ ਦੇ ਮਸਲੇ ਹੱਲ ਕਰਨੇ ਨੇ, ਇੱਕ ਪੱਤਰਕਾਰ, ਇੱਕ ਐਮਐਲਏ, ਇਹ ਦੋ ਉਹ ਨੇ ਜਿਹੜੇ ਹਰ ਇੱਕ ਸ਼ੋਬੇ ਦੇ ਕੰਮ ਇਹਨਾਂ ਨੂੰ ਆਉਣਾ ਜ਼ਰੂਰੀ ਹੈ। ਜਿਹੜੇ ਪੱਤਰਕਾਰ ਨੂੰ ਹੈਲਥ ਬਾਰੇ ਪਤਾ ਹੀ ਨਹੀਂ, ਉਹ ਇਹੀ ਜਿਹੀ ਪੁੱਠੀ ਸਿੱਧੀ ਖਬਰ ਲਾ ਦੇਗਾ। ਸਿੱਖਿਆ ਬਾਰੇ ਪਤਾ ਹੀ ਨਹੀਂ, ਕੋਈ ਮਰਜ਼ੀ ਲਾ ਦੇਗਾ। ਜੰਗਲਾਤ ਬਾਰੇ ਪਤਾ ਹੀ ਨਹੀਂ, ਅਦਾਲਤਾਂ ਬਾਰੇ ਪਤਾ ਹੀ ਨਹੀਂ, ਫਿਲਮਾਂ ਬਾਰੇ ਪਤਾ ਹੀ ਨਹੀਂ, ਖੇਡਾਂ ਬਾਰੇ ਪਤਾ ਹੀ ਨਹੀਂ। ਉਹਨੂੰ ਟ੍ਰੇਨਿੰਗ ਲੈਣੀ ਪਊ ਹਰ ਸ਼ੋਬੇ ਦੀ, ਉਹਨੂੰ ਪਤਾ ਹੋਵੇ ਕਿਹੜੀਆਂ ਹਸਤੀਆਂ ਨੇ, ਕੀ ਇਹ ਕਰਦੇ ਨੇ, ਕੀ ਇਹਨਾਂ ਦੇ ਨਿਯਮ ਨੇ। ਤੇ ਇੱਕ ਡਾਕਟਰ ਨੇ ਕੀ ਲੈਣਾ ਵੀ ਖੇਡਾਂ ਵਾਲੇ ਕੀ ਕਰਦੇ ਨੇ ਜਾਂ ਜੰਗਲਾਤ ਵਾਲੇ ਕੀ ਕਰਦੇ ਨੇ, ਬਹੁਤੀ ਡਿਟੇਲ 'ਚ ਸਿੱਖਣ ਦੀ ਉਹਨੂੰ ਕੀ ਲੋੜ ਹੈ? ਉਹਨੂੰ ਤਾਂ ਆਪਦੀ ਡਾਕਟਰੀ ਬਹੁਤ ਹੈ। ਬਿਲਕੁਲ ਬਿਲਕੁਲ। ਪਰ ਇੱਕ ਪੱਤਰਕਾਰ, ਇੱਕ ਐਮਐਲਏ, ਉਹਨੂੰ ਤਾਂ ਸਭ ਕੁਝ ਆਉਣਾ ਜ਼ਰੂਰੀ ਹੈ। ਉਹਨੂੰ ਸੱਭਿਆਚਾਰ ਆਉਣਾ ਜ਼ਰੂਰੀ ਹੈ। ਉਹ ਕੋਈ ਇਹੋ ਜਿਹੇ ਸ਼ਬਦ ਨਾ ਵਰਤ ਸਕੇ ਜਿਹਦੇ ਨਾਲ ਲੋਕਾਂ ਦਾ ਕੁੰਡਾ ਹੀ ਹੋ ਜੇ। ਸੋ ਇਸ ਕਰਕੇ ਐਮਐਲਏ ਔਰ ਪੱਤਰਕਾਰ, ਇਹ ਦੋ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਸਾਡੇ ਸਮਾਜ 'ਚ। ਉਹ ਐਮਐਲਏ ਨੇ ਜਮਾਂ ਹੀ ਛੱਡਤੀ ਆਪਦੀ। ਡਾਕਟਰ ਸਾਹਿਬ ਇਹਦੇ ਵਿੱਚ ਹੁਣ ਇਹ ਵੀ ਦੱਸਦੇ ਜਾਇਓ, ਐਮਐਲਏ ਦੇ ਉੱਤੇ ਹੀ ਆਪਣੇ ਇਸ ਟੌਪਿਕ ਤੇ ਆਖਰੀ ਸਵਾਲ ਐਮਐਲਏਸ ਬਾਰੇ ਆ ਕਿ ਇਹਨਾਂ ਨੂੰ ਸਹੂਲਤਾਂ ਕਿਹੜੀਆਂ ਮਿਲਦੀਆਂ ਨੇ? ਕਿਉਂਕਿ ਜਦੋਂ ਇਹ 5 ਸਾਲ ਤੋਂ ਬਾਅਦ ਹਾਰ ਗਏ ਤਾਂ ਪੈਨਸ਼ਨਾਂ, ਜੇ ਜਿੱਤੇ ਗਏ ਤੇ ਉਸ ਤੇ ਵੀ ਆਉਣਾ। ਸੋ ਪਹਿਲੀ ਗੱਲ ਇਹ ਹੈ ਕਿ ਐਮਐਲਏ ਦੀ ਡਿਊਟੀ ਹੈ ਕਿ ਉਹ ਆਪਣਾ ਉੱਥੇ ਅਟੈਂਡ ਕਰੇ ਸੈਸ਼ਨ, ਉਹਨੂੰ ਪੂਰੀ ਤਨਖਾਹ ਮਿਲਦੀ ਹੈ। ਸੰਵਿਧਾਨ 'ਚ ਹੀ ਲਿਖਿਆ ਵੀ ਉਹ ਤਨਖਾਹ ਜੋ ਵੀ ਤੈਅ ਕਰਨਗੇ। ਹੁਣ ਉਹ ਸੰਵਿਧਾਨ 'ਚ ਕਿਉਂਕਿ ਇਹਨਾਂ ਨੂੰ ਪਾਵਰ ਦੇ ਦਿੱਤੀ, ਤੁਸੀਂ ਆਪੇ ਤੈਅ ਕਰਨਾ, ਲੈਜਿਸਲੇਚਰ ਆਫ ਦੀ ਹਾਊਸ ਉਹ ਤੈਅ ਕਰੇਗੀ, ਉਹ ਆਪੇ ਤੈਅ ਕਰ ਲੈਂਦੇ ਨੇ ਸਾਰੇ ਵੀ ਹਾਂ ਹਾਂ ਵਧਾ ਦਿਓ ਵਧਾ ਦਿਓ। ਅੱਜ ਤੱਕ ਇੱਕ ਐਮਐਲਏ ਬੋਲਿਆ ਰਾਜਸਥਾਨ ਅਸੈਂਬਲੀ ਜਿਹੜਾ ਕਹਿੰਦਾ ਯਾਰ ਇੰਨੇ ਨਾ ਵਧਾਈਏ ਆਪਣੇ, ਇਹ ਤਾਂ ਬਹੁਤ ਨਜਾਇਜ਼ ਹੈ। ਨਹੀਂ ਤਾਂ ਜਿਵੇਂ ਮੁਲਾਜ਼ਮ ਕਹਿੰਦੇ ਨੇ ਸਾਨੂੰ ਦੇ ਦਿਓ ਜੀ, ਸਾਰਾ ਪੈਸਾ ਸਾਨੂੰ ਹੀ ਦੇ ਦਿਓ, ਇੱਦਾਂ ਹੀ ਐਮਐਲਏ ਕਹਿੰਦੇ ਨੇ। ਇਹ ਸਾਰੇ ਰਲ ਗਏ, ਅਫਸਰ ਵੀ, ਮੁਲਾਜ਼ਮ ਵੀ, ਐਮਐਲਏ ਵੀ ਵਧਾ ਲਓ, ਚੱਕ ਲਓ ਫੱਟੇ, ਚੱਕ ਲਓ ਫੱਟੇ, ਲੈ ਜਾਓ ਘਰੇ ਸਾਰਾ ਲੁੱਟ ਕੇ। ਇੱਕ ਤਾਂ ਇਹ ਹੈ, ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਇਹਨਾਂ ਨੂੰ ਹਲਕਾ ਕੌਨਸਟੀਚੁਐਂਸੀ ਅਲਾਊਂਸ ਮਿਲਦਾ ਹੈ, ਕੌਨਸਟੀਚੁਐਂਸੀ 'ਚ ਦਫ਼ਤਰ ਰੱਖ ਸਕਦੇ ਨੇ। ਜਿਹੜਾ ਕੌਨਸਟੀਚੁਐਂਸੀ ਅਲਾਊਂਸ ਮਿਲਦਾ, ਗੱਡੀ, ਪੰਜਾਬ 'ਚ ਤਾਂ ਗੱਡੀ ਵੀ ਮਿਲੀ ਹੋਈ ਹੈ, ਬਾਕੀ ਜਗ੍ਹਾ ਤਾਂ ਗੱਡੀਆਂ ਨਹੀਂ ਮਿਲਦੀਆਂ, ਉਹਨੂੰ ਕੁਛ ਖਰਚਾ ਮਿਲਦਾ ਹੈ। 15-15 ਹਜ਼ਾਰ ਰੁਪਈਆ ਇਹਨਾਂ ਨੂੰ ਟੈਲੀਫੋਨ ਦਾ ਮਿਲਦਾ। ਉਹ ਇਸੇ ਵਾਸਤੇ ਕਿ ਲੋਕਾਂ ਦੇ ਹਲਕੇ ਦੀਆਂ ਗੱਲਾਂ ਸੁਣਨੀਆਂ, ਤਕਲੀਫਾਂ ਸੁਣਨੀਆਂ, ਉੱਥੇ ਦੌਰੇ ਕਰਨੇ, ਉੱਥੇ ਲੋਕਾਂ ਦੇ ਇਕੱਠ ਕਰਕੇ ਸਮਝਣਾ ਵੀ ਸਮੱਸਿਆ ਕੀ ਹੈ, ਉਹ ਸਮੱਸਿਆ ਨੂੰ ਅੱਗੇ ਅਸੈਂਬਲੀ 'ਚ ਚੁੱਕਣਾ, ਉਹਦੇ ਉੱਤੇ ਕੋਈ ਕਾਨੂੰਨ ਬਣਾਉਣਾ, ਉਹਦੇ ਉੱਤੇ ਜੇ ਕੋਈ ਪ੍ਰਸ਼ਾਸਨਿਕ ਕਦਮ ਲੈਣੇ ਨੇ ਉਹ ਲੈਣ ਦੀ ਲੋੜ ਹੈ। ਜੇ ਕਿਤੇ ਬਜਟ ਦੇ ਵਿੱਚ ਉਹਦਾ ਪ੍ਰੋਵੀਜ਼ਨ ਕਰਵਾਉਣਾ, ਪੈਸਾ ਰਖਵਾਉਣਾ, ਉਹ ਰਖਵਾਉਣ ਦੀ ਲੋੜ ਹੈ। ਇਹ ਕੰਮ ਉਹ ਕਰਦੇ ਹੀ ਨਹੀਂ। ਕਿਸੇ ਐਮਐਲਏ ਨੂੰ, ਚਾਹੇ ਉਹ ਆਪੋਜੀਸ਼ਨ 'ਚ ਰਿਹਾ, ਚਾਹੇ ਉਹ ਰਾਜ ਕਰਨੀ ਪਾਰਟੀ 'ਚ ਹੈ, ਉਹਨੂੰ ਪੁੱਛ ਕੇ ਦੇਖ ਲਓ ਵੀ ਭਾਈ ਤੈਂ ਕੀ ਕਰੇ। ਬਤੌਰ ਮਿਨਿਸਟਰ ਪੁੱਛ ਕੇ ਦੇਖ ਲਓ, ਜਿਹੜੇ ਮਹਿਕਮੇ ਦੇ ਉਹ ਮਿਨਿਸਟਰ ਨੇ ਉਹਦੇ 'ਚ ਸਭ ਤੋਂ ਜ਼ਿਆਦਾ ਕਹਿਰ ਕਾਫੀ ਕਰਾਉਂਦੇ ਨੇ। ਸੋ ਉਹ ਐਮਐਲਏ ਆ ਰਹੇ ਨੇ ਅੱਜ ਮਿਨਿਸਟਰ ਬਣਨ ਵਾਸਤੇ, ਕਹਿਰ ਕਾਫੀ ਕਰਾਉਣ ਵਾਸਤੇ, ਉਹ ਇਨਸਾਫ ਵਾਸਤੇ ਨਹੀਂ ਆ ਰਹੇ। ਜੇ ਇਨਸਾਫ ਵਾਸਤੇ ਆ ਰਹੇ ਹੋਣ ਤਾਂ ਘੱਟੋ ਘੱਟ ਜਿਹੜੇ ਜਮਾਂ ਹੀ ਨੇਰੀ ਪਈ ਹੈ,
ਜਮਾਂ ਹੀ ਜੜ੍ਹਾਂ ਹੀ ਪੱਟੀਆਂ ਗਈਆਂ ਸਿਸਟਮ ਦੀਆਂ, ਉਹ ਨਹੀਂ ਪੱਟੀਆਂ ਜਾਣੀਆਂ ਸੀ। ਇੰਨਾ ਨਹੀਂ ਖਰਾਬ ਹੋਣਾ ਸੀ ਕੰਮ। ਹੁਣ ਤਾਂ ਜੇ ਤੁਸੀਂ ਕਿਸੇ ਬੰਦੇ ਦੇ ਨਾਲ ਉਹਨੂੰ ਫੜ ਕੇ ਥਾਣੇ 'ਚ ਕੁੱਟਿਆ ਜਾਂਦਾ ਹੈ, ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਵੀ ਇੱਕ ਔਰਤ ਨੂੰ ਤੁਸੀਂ ਉਹਨੂੰ ਨਿਰਵਸਤਰ ਕਰਕੇ ਕੁੱਟ ਰਹੇ ਹੋ, ਤੇ ਮੈਂ ਕਹਿੰਦਾ ਜਿੰਨੀ ਮਰਜ਼ੀ ਉਹਦੀ ਗਲਤੀ ਹੈ, ਜਿੱਦਾਂ ਮਰਜ਼ੀ ਉਹਨੇ ਜ਼ੁਲਮ ਕਰਿਆ ਹੋਇਆ, ਇਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ? ਬਿਲਕੁਲ। ਕਿਹੜਾ ਸੰਵਿਧਾਨ ਇਹਨਾਂ ਨੂੰ ਇਜਾਜ਼ਤ ਦਿੰਦਾ? ਅਸੀਂ ਕਰਿਆ ਸੀ, ਮੈਂ ਤਾਂ ਕਿਉਂ ਮੈਂ ਕਹਿਣਾ, ਮੈਂ ਐਵੇਂ ਨਹੀਂ ਬੋਲ ਰਿਹਾ। ਪਟਿਆਲੇ ਦੇ ਵਿੱਚ ਅੱਜ ਤੋਂ 35 ਸਾਲ ਪਹਿਲਾਂ ਤਕਰੀਬਨ 2-3 ਬੀਬੀਆਂ ਸੀ ਜਿਨ੍ਹਾਂ ਨੇ ਕੋਈ ਜੇਬ ਕਤਰੀ ਕਰਦੀਆਂ ਸੀ। ਪੁਲਿਸ ਵਾਲਿਆਂ ਨੇ ਉਹਨਾਂ ਦੇ ਮੱਥੇ ਦੇ ਉੱਤੇ ਆ ਜਿਹੜੇ ਹੁੰਦੇ ਨਾ ਜਿਵੇਂ ਆ ਟੈਟੂਇੰਗ, ਉੱਤੇ ਉਕਰਾਤਾ ਮੈਂ ਚੋਟੀ ਹਾਂ ਜਾਂ ਚੋਟੀ, ਸ਼ਾਇਦ ਹਸਨਪੁਰ ਪਿੰਡ ਸੀ, ਕੀ ਸੀ, ਮੈਨੂੰ ਪਿੰਡ ਦਾ ਵੀ ਯਾਦ ਨਹੀਂ। ਅਸੀਂ ਖਾੜ ਖੜੀ ਕਰਤੀ ਸਰਕਾਰ ਦੀ ਵੀ ਤੁਹਾਡੀ ਹਿੰਮਤ ਕਿਵੇਂ ਪੈ ਗਈ? ਉਹਨਾਂ ਨੇ ਜੇਬ ਕੱਟੀ ਆ, ਮੰਨ ਲਿਆ, ਤੁਸੀਂ ਉਹਦੀ ਸਜ਼ਾ ਦੇ ਦਿਓ ਜੋ ਕਾਨੂੰਨ ਆ ਮੁਤਾਬਕ, ਉਹਦੇ ਮੁਤਾਬਕ ਕੇਸ ਬਣਾ ਲਓ। ਤੁਹਾਨੂੰ ਉਹਦੇ ਮੱਥੇ ਦੇ ਉੱਤੇ ਕਲੰਕ ਲਾਉਣ ਦਾ ਕਿੱਥੋਂ ਅਧਿਕਾਰ ਮਿਲ ਗਿਆ? ਜੇ ਉਹਦੇ ਤੇ ਕਲੰਕ ਲਾਇਆ ਜਾਂਦਾ ਹੈ, ਹਰੇਕ ਐਮਐਲਏ ਦੇ ਮੱਥੇ ਤੇ ਕਲੰਕ ਲੱਗੂਗਾ, ਗਿਣਾ ਦਿੰਦੇ ਜਿੰਨੇ ਚਾਹੁੰਦੇ ਨੇ। ਬਿਲਕੁਲ। ਆ ਜਾ ਜਿਹੜਾ ਮਰਜ਼ੀ ਐਮਐਲਏ ਆਵੇ, ਜਿਹੜਾ ਮਰਜ਼ੀ ਥਾਣੇਦਾਰ ਆਵੇ, ਜੇ ਉਹਦੇ ਉੱਤੇ ਕਲੰਕ ਨਾ ਲੱਗੇ ਹੁਣ, ਫੜ ਕੇ ਤੁਸੀਂ ਲੋਕਾਂ ਨੂੰ ਮਾਰਤਾ, ਝੂਠੇ ਪੁਲਿਸ ਮੁਕਾਬਲਿਆਂ 'ਚ ਤੁਸੀਂ ਮਾਰਤਾ, ਪੈਸੇ ਤੁਸੀਂ ਸ਼ਰੇਆਮ ਲੈ ਕੇ ਝੂਠੀਆਂ FIR ਦਰਜ ਕਰਦੇ ਹੋ, ਸੱਚੇ ਫਾਂਸੀ ਚੜ੍ਹਦੇ ਦੇਖੇ, ਝੂਠੇ ਐਸ਼ ਉਡਾਵਣ। ਇਹ ਕਿਉਂ ਨਹੀਂ ਬੋਲਦੇ ਐਮਐਲਏ? ਇਸ ਕਰਕੇ ਨਹੀਂ ਬੋਲਦੇ, ਖੁਦ ਵੀ ਇਹੋ ਜਿਹਾ ਕੰਮ ਕਰਦੇ ਨੇ। ਔਰ ਮੈਂ ਇਹ ਦਾਦ ਦਿਆਂਗਾ ਉਸ ਵਕਤ, ਹੁਣ ਉਹ ਇਸੇ ਮਰਹੂਮ ਨੇ, ਨਹੀਂ ਰਹੇ। ਲੋਕ ਜਿੰਨਾ ਮਰਜ਼ੀ ਕਹਿਣ, ਮੈਂ ਜਿੰਨਾ ਉਹਨਾਂ ਨੂੰ ਦੇਖਿਆ, ਹਾਲਾਂਕਿ ਉਹਨਾਂ ਬਾਰੇ ਕੋਈ ਉਹ ਬਹੁਤ ਪਾਪੂਲਰ ਨਹੀਂ ਬਣੇ ਕਦੀ। ਇੱਕ ਲਾਇਬ੍ਰੇਰੀਅਨ ਹੁੰਦੇ ਸੀ ਮੈਡੀਕਲ ਕਾਲਜ 'ਚ, ਸਿਆਸਤ 'ਚ ਆ ਗਏ, ਸਰਦਾਰ ਬੰਸਲ ਸਿੰਘ ਖਾਲਸਾ, ਉਹਨਾਂ ਨੇ ਸਾਡੀ ਇੱਕ ਨਾਲ ਸਾਡੇ ਖੜੇ ਹੋ ਵੀ ਹਾਂ ਯਾਰ ਇਹ ਹੈ ਤਾਂ ਮਾੜੀ ਗੱਲ। ਤਾਂ ਮੈਂ ਦੇਖਿਆ ਵੀ ਜਿੰਨਾ ਚਿਰ ਤੁਸੀਂ ਜਿਹੜੀ ਇੱਕ ਘਿਨਾਉਣਾ ਜੁਰਮ ਹੋ ਰਿਹਾ ਮਨੁੱਖਤਾ ਦੇ ਖਿਲਾਫ, ਤੁਸੀਂ ਡਰ ਕੇ ਬੋਲਦੀ ਨਹੀਂ। ਬਿਲਕੁਲ। ਤੁਸੀਂ ਗੱਲ ਹੀ ਨਹੀਂ ਕਰਦੇ, ਤੁਹਾਡੀ ਜ਼ਬਾਨ ਹੀ ਨਹੀਂ ਖੁੱਲਦੀ, ਤੁਸੀਂ ਕਾਹਦੇ ਐਮਐਲਏ ਹੋ? ਬਿਲਕੁਲ। ਸੋ ਇਸ ਕਰਕੇ ਐਮਐਲਏਆਂ ਨੂੰ ਜਿਹੜੇ ਪ੍ਰਿਵਿਲੇਜ ਹਲਕਾ ਭੱਤਾ ਮਿਲਦਾ, ਦਫ਼ਤਰ ਮਿਲਦੇ ਨੇ, ਸਹਾਇਕ ਮਿਲਦੇ ਨੇ, ਕੀ ਕਰਦੇ ਆਪਦੇ ਜਵਾਕਾਂ ਨੂੰ ਸਹਾਇਕ ਲਾ ਲੈਂਦੇ ਨੇ, ਮੁੜ ਕੇ ਉਹਨਾਂ ਨੂੰ ਨੌਕਰੀ ਦਵਾਉਂਦੇ ਨੇ, ਆਪਦਿਆਂ ਨੂੰ ਠੇਕੇ ਦਵਾਉਂਦੇ ਨੇ। ਪਰ ਹਾਲਾਂਕਿ ਉਹ ਐਮਐਲਏ ਦੇ ਕੋਈ ਅਧਿਕਾਰ ਖੇਤਰ 'ਚ ਨਹੀਂ ਹੈ, ਕੋਈ ਪਰਮਿਟ ਦਵਾਉਣਾ, ਕੋਈ ਠੇਕਾ ਦਵਾਉਣਾ, ਕੋਈ ਰੇਤ ਬਾਜਰੀ ਦਾ ਜਿਹੜਾ ਹੈਗਾ ਮਾਫੀਆ ਚਲਾਉਣਾ, ਕੋਈ ਈਵਨ ਲੀਗਲੀ ਉਹਨੂੰ ਠੇਕਾ ਲੈਣਾ, ਇਹਨੂੰ ਐਮਐਲਏ ਨੂੰ ਕੋਈ ਅਧਿਕਾਰ ਨਹੀਂ ਹੈ। ਬਲਕਿ ਇਹਨੂੰ ਆਫਟ ਆਫ ਮੰਨਿਆ ਜਾਂਦਾ ਜੇ ਐਮਐਲਏ ਦੇ ਨਾਂ 'ਤੇ ਫੜਿਆ ਜਾਵੇ ਇਹ ਜਿਹਾ ਸਮਾਨ, ਵੀ ਜੇ ਉਹਨੇ ਕੋਈ ਐਂ ਠੇਕਾ ਲੈ ਲਿਆ ਹੋਵੇ। ਵਰਜਿਤ ਆ ਸੰਵਿਧਾਨ ਦੇ ਵਿੱਚ ਵੀ ਤੁਸੀਂ ਇਹੋ ਜਿਹੇ ਠੇਕੇ ਸਰਕਾਰ ਨਾਲ ਕੋਈ ਹਿੱਸੇਦਾਰੀ ਨਹੀਂ ਕਰੋਗੇ, ਤੁਸੀਂ ਕੋਈ ਪਬਲਿਕ ਦੇ ਨੁਮਾਇੰਦੇ ਹੋ। ਐਂ ਤਾਂ ਤੁਸੀਂ ਅੰਨਾ ਵੰਡੇ ਸੀਰ ਨਹੀਂ, ਮਿਲ ਕੇ ਆਪਣਿਆਂ ਨੂੰ ਦੇ, ਆਪੇ ਪੈਰੀ ਪੈਣਾ, ਆਪੇ ਬੁੱਢ ਸਕਣ ਹੋ ਜੂ। ਸੋ ਇਸ ਕਰਕੇ ਜਿਹੜੇ ਐਮਐਲਏਆਂ ਨੂੰ ਜਾਣ ਆਉਣ ਦੇ ਵਾਸਤੇ ਗੱਡੀਆਂ, ਜਿਹੜੇ ਐਮਐਲਏਆਂ ਨੂੰ ਭੱਤਾ ਟੈਲੀਫੋਨ ਦਾ 15,000 ਆ 500 ਰੁਪਏ 'ਚ ਹੋ ਜਾਂਦਾ ਫੋਨ, 3 ਮਹੀਨੇ ਚੱਲਦਾ ਰਹਿੰਦਾ, ਜਿੰਨਾ ਮਰਜ਼ੀ ਕਰੀ ਜਾਓ ਜੂਰ। ਜਿਹੜਿਆਂ ਨੂੰ ਦਫ਼ਤਰ, ਸਟੇਸ਼ਨਰੀ, ਦਫ਼ਤਰ ਚਲਾਉਣ ਦੇ ਖਰਚੇ, ਜਿਹੜੇ ਬੰਦਿਆਂ ਨੂੰ ਜਿੱਦੇ ਸੈਸ਼ਨ ਅਟੈਂਡ ਕਰਦੇ ਨੇ ਉਦੋਂ ਦਾ TADA ਵੱਖਰਾ, ਜੇ ਕੋਈ ਕਮੇਟੀ ਦੀ ਮੀਟਿੰਗ ਅਟੈਂਡ ਕਰਦੇ ਨੇ ਉਹਦਾ TADA ਵੱਖਰਾ, ਉਹ ਤਾਂ ਮਿਲਣਾ ਹੀ ਹੈ। ਖੈਰ ਚਲੋ, ਜੇ ਕਮੇਟੀ ਦੀਆਂ ਮੀਟਿੰਗਾਂ ਅਟੈਂਡ ਕਰਦੇ ਨੇ, ਪਰ ਉਹਦੇ ਵਿੱਚ ਵੀ ਸਰਕਾਰੀ ਗੱਡੀਆਂ ਜਾਂਦੇ ਨੇ, ਹਰ ਆਪਦੇ ਪਰਸਨਲ ਲੈਵਲ 'ਤੇ ਗੱਡੀਆਂ ਯੂਜ਼ ਕਰਦੇ ਨੇ, ਵਿਆਹ ਸ਼ਾਦੀਆਂ 'ਚ ਯੂਜ਼ ਕਰਦੇ ਨੇ, ਇਹ ਸਰਕਾਰੀ ਕੰਮ 'ਚ ਤਾਂ ਯੂਜ਼ ਹੀ ਨਹੀਂ ਕਰਦੇ ਗੱਡੀ। ਤੇ ਇਹ ਜਿਹੜਾ ਹੈਗਾ ਇੰਨਾ ਪੈਸਾ ਜਿਹੜਾ ਮਿਲਦਾ ਹੈ, ਉਹਦੀ ਮੈਂ ਤਾਂ ਕਹਾਂਗਾ ਪਬਲਿਕ ਆਡਿਟ ਹੋਣੀ ਚਾਹੀਦੀ ਹੈ ਵੀ ਇਹਨਾਂ ਨੇ ਕਰਿਆ ਕੀ ਹੈ। ਬਿਲਕੁਲ। ਜਿਹੜੇ ਇੰਨੇ ਪੈਸੇ ਅਸੀਂ ਖਰਚਦੇ ਹਾਂ ਉਹ ਇਸ ਵਾਸਤੇ ਖਰਚਦੇ ਹਾਂ ਵੀ ਆਪਦੀ ਕੌਨਸਟੀਚੁਐਂਸੀ ਜਾ ਕੇ ਲੋਕਾਂ ਨੂੰ ਨਾ ਤਾਂ ਪੈਨਸ਼ਨਾਂ ਲੱਗੀਆਂ ਨੇ, ਨਾ ਮਨਰੇਗਾ ਕਾਰਡ ਬਣੇ ਨੇ, ਨਾ ਲੋਕਾਂ ਨੂੰ 5 ਮਰਲੇ ਦੇ ਪਲਾਟ ਮਿਲੇ ਨੇ, ਨਾ ਜਿਹੜੀਆਂ ਪੰਚਾਇਤੀ ਜ਼ਮੀਨਾਂ ਸੀ ਉਹ ਤੋਂ ਕਬਜ਼ੇ ਦੂਰ ਹੋਏ ਨੇ, ਨਾ ਇੱਥੇ ਪਾਣੀ ਦਾ ਪ੍ਰਬੰਧ ਹੋਇਆ ਪਿੰਡਾਂ ਦੇ ਵਿੱਚ, ਨਾ ਇੱਥੇ ਡਾਕਟਰ ਹਾਜ਼ਰ ਰਹਿੰਦੇ ਨੇ, ਨਾ ਇੱਥੇ ਸਕੂਲ ਮਾਸਟਰ ਸਕੂਲ 'ਚ ਜਾਂਦਾ ਹੈ, ਨਾ ਬੱਚਿਆਂ ਦੀ ਇੱਥੇ ਪੜ੍ਹਾਈ ਹੁੰਦੀ ਹੈ, ਚਿੱਕੜ ਪਿਆ ਹੈ ਗਲੀਆਂ ਦੇ ਵਿੱਚ। ਇਹ ਕਰ ਕੀ ਰਹੇ ਨੇ? ਕਿਹੜੇ ਐਮਐਲਏ ਨੇ ਕੰਮ ਕਰੇ ਨੇ ਇਹ? ਕਿਹੜੇ ਐਮਐਲਏ? ਲੋਕਾਂ ਨੂੰ ਉਹ ਐਵੇਂ ਮਤਲਬ ਬਹਾਨੇਬਾਜ਼ੀ ਕਰੀ ਜਾਣੀ ਹੈ, ਦਿਖਾਵਾ ਕਰੀ ਜਾਣਾ। ਸੋ ਸੁਖਵਿੰਦਰ ਜੀ, ਅੱਜ ਸਾਡੇ ਚੁਣੇ ਨੁਮਾਇੰਦੇ ਰਸਾਤਲ ਵੱਲ ਨੂੰ ਚਲੇ ਗਏ, ਔਰ ਹੁਣ ਅੱਗੇ ਮਾੜੀ ਮੋਟੀ ਸ਼ਰਮ ਇਹ ਹੁੰਦੀ ਵੀ ਪਾਰਟੀਆਂ ਦੀ, ਹੁਣ ਉਹ ਜਮਾਂ ਹੀ ਸ਼ਰਮ ਲਾਤੀ। ਹੁਣ ਤਾਂ ਕਹਿੰਦਾ ਜਿਹੜਾ ਕਹਿੰਦਾ ਮੈਨੂੰ ਟਿਕਟ ਨਹੀਂ ਮਿਲਿਆ, ਆ 2 ਟਿਕਟਾਂ ਵਾਲੀ ਗੱਲ ਤਾਂ ਮੈਂ ਅੱਜ ਵੀ ਇੱਕ ਜ਼ਿੰਮੇਵਾਰ ਮਜੀਠੀਆ 2 ਟਿਕਟ ਲੈ ਲਏ, ਠੀਕ ਹੈ, ਉਹ ਕਹਿੰਦਾ ਮੈਂ ਤਾਂ ਹੀ ਨਹੀਂ ਕਰਨਾ। ਪਰ ਕੈਪਟਨ 2 ਜਗ੍ਹਾ ਤੇ ਲੜਿਆ, ਉਹ ਸਾਂਝ 'ਚ ਲੜਿਆ।
ਇਹ ਜਿਹੜੇ ਜਦ ਵੱਡੇ ਵੱਡੇ ਜੇ ਕੈਪਟਨ 2 ਜਗ੍ਹਾ ਤੇ ਚੋਣ ਲੜਦਾ ਹੈ, ਜੇ ਮਜੀਠੀਆ ਈਵਨ 2 ਜਗ੍ਹਾ ਤੇ ਲੜਦਾ ਹੈ, ਜੇ ਚੰਨੀ ਸਾਹਿਬ 2 ਜਗ੍ਹਾ ਤੇ ਲੜਦੇ ਨੇ, ਜਾਂ ਕੱਲ੍ਹ ਨੂੰ ਨਵਜੋਤ ਸਿੱਧੂ 2 ਜਗ੍ਹਾ ਤੇ ਲੜਦਾ, ਕਿਉਂਕਿ ਰੌਲਾ ਪਿਆ ਹੋਇਆ ਵੀ ਇੱਕ ਪਟਿਆਲੇ ਤੋਂ ਲੜੇ ਤੇ ਇੱਕ ਅੰਮ੍ਰਿਤਸਰ ਤੋਂ। ਮੈਨੂੰ ਐਂ ਲੱਗਦਾ ਹੈ ਵੀ ਇਸ ਤੋਂ ਵੱਡਾ ਸਾਡੇ ਸੰਵਿਧਾਨ ਨਾਲ, ਸਾਡੇ ਲੋਕਾਂ ਨਾਲ, ਸਾਡੇ ਇਮਾਨਦਾਰੀ ਨਾਲ, ਸਾਡੇ ਗਰੀਬਾਂ ਨਾਲ ਇਸ ਤੋਂ ਵੱਡਾ ਕੋਈ ਖਿਲਵਾੜ ਨਹੀਂ ਹੋ ਸਕਦਾ। ਪਰ ਜੇ ਹਾਲਤ ਇਹੋ ਜਿਹੀ ਕਿ ਸੁਣਨ ਵਾਲਾ ਕੋਈ ਨਾ ਹੋਏ, ਹਨੇਰਾ ਹੋ ਜੇ ਤੇ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਵਾਲੀ ਹਾਲਤ ਹੋ ਜੇ, ਤੇ ਫੇਰ ਕੋਈ ਨਾ ਕੋਈ ਪੂਰਨਮਾਸ਼ੀ ਦਾ ਚੰਨ ਚੜ੍ਹਨਾ ਜ਼ਰੂਰੀ ਹੁੰਦਾ ਹੈ, ਤੇ ਕੋਈ ਨਾ ਕੋਈ ਲੋਕਾਂ ਨੂੰ ਉੱਠਣਾ ਪੈਂਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਅਗਲੇ ਸਵਾਲ ਤੇ ਜਾਵਾਂ, ਮੈਂ ਦਰਸ਼ਕਾਂ ਨੂੰ ਵੀ ਦੱਸ ਦਿੰਦਾ, ਸ਼ਾਇਦ ਤੁਹਾਡੇ ਤੱਕ ਉਹ ਖਬਰ ਨਹੀਂ ਪਹੁੰਚੀ ਹੋਣੀ, ਕਿ ਨਵਜੋਤ ਸਿੱਧੂ ਇੱਕੋ ਸੀਟ ਤੋਂ ਚੋਣ ਲੜ ਰਹੇ ਨੇ ਤੇ ਪਟਿਆਲੇ ਤੋਂ ਇਹਨਾਂ ਨੇ ਵਿਸ਼ਨੂੰ ਸ਼ਰਮਾ ਜਿਹੜੇ ਸਾਬਕਾ ਮੇਅਰ ਰਹਿ ਚੁੱਕੇ ਨੇ, ਉਹਨਾਂ ਨੂੰ ਉਮੀਦਵਾਰ ਐਲਾਨਿਆ ਕਾਂਗਰਸ ਨੇ। ਅਗਲਾ ਸਵਾਲ ਜਿਹੜਾ ਹੁਣ ਐਮਪੀ ਨੂੰ ਲੈ ਕੇ ਆ, ਮੈਂਬਰ ਪਾਰਲੀਮੈਂਟ ਸਾਡੇ ਵਾਲੇ ਲੋਕ ਸਭਾ 'ਚ ਵੀ ਬੈਠੇ ਨੇ ਤੇ ਰਾਜ ਸਭਾ ਦੇ ਵਿੱਚ ਵੀ ਬੈਠੇ ਨੇ, ਤੇ ਅੱਜ ਤੱਕ ਮੈਨੂੰ ਲੱਗਦਾ ਕਿ ਸਿਰਫ ਜਿਹੜੀ ਚਰਚਾ ਬਹੁਤ ਹੀ ਰਹੀ ਉਹ ਭਗਵੰਤ ਮਾਨ ਦੀ ਰਹੀ ਕਿ ਕਿੰਨਾ ਪੈਸਾ ਆਇਆ, ਕਿੰਨਾ ਲਾਇਆ, ਕੀ ਕੁਝ ਕੀਤਾ। ਬਾਕੀਆਂ ਬਾਰੇ ਕੋਈ ਉਗ ਸੁਗ ਨਹੀਂ ਲੱਗਦੀ ਰਹੀ, ਭਾਵੇਂ ਉਹ ਆਪਣਾ ਹਿਸਾਬ ਦਿੰਦੇ ਨੇ ਪਰ ਉਸ ਪੱਧਰ ਤੇ ਨਹੀਂ। ਕੰਮ ਕੀ ਨੇ ਇਹਨਾਂ ਦੇ ਉੱਥੇ ਜਾ ਕੇ, ਪੰਜਾਬ ਦੀ ਆਵਾਜ਼ ਕਿਵੇਂ ਕਿਵੇਂ ਕੇਂਦਰ ਦੇ ਕੋਲੋਂ ਫੰਡ ਲਿਆਉਣੇ, ਜਾਂ ਕੀ ਕੁਝ ਹੁੰਦਾ, ਇਹਨਾਂ ਦੀ ਜ਼ਿੰਮੇਵਾਰੀ ਕਿਵੇਂ ਦੀ ਹੁੰਦੀ ਉੱਥੇ? ਦੇਖੋ, 2 ਵੱਖਰੀਆਂ ਵੱਖਰੀਆਂ ਗੱਲਾਂ ਨੇ। ਇੱਕ ਤਾਂ ਕੇਂਦਰ ਤੋਂ ਫੰਡ ਕੋਈ ਐਮਪੀ ਨਹੀਂ ਲਿਆ ਸਕਦਾ। ਐਮਪੀ ਉੱਥੇ ਸਕੀਮਾਂ ਵਾਸਤੇ ਸੁਜੈਸ਼ਨ ਦੇ ਸਕਦੇ ਨੇ, ਉਹ ਰੂਲਿੰਗ ਪਾਰਟੀ ਦੇ ਹੋਣ, ਨਾਨ ਰੂਲਿੰਗ ਦੇ ਹੋਣ, ਲਿਖ ਕੇ ਦੇ ਸਕਦੇ ਨੇ। ਕਿਸੇ ਗੱਲ ਦੇ ਉੱਤੇ ਆਪਣਾ ਮਤਾ ਪ੍ਰਾਈਵੇਟ ਪੇਸ਼ ਕਰ ਸਕਦੇ ਨੇ, ਕਿਸੇ ਗੱਲ ਦੇ ਉੱਤੇ ਉਹ ਆਪਣਾ ਵਿਚਾਰ ਲਿਖ ਕੇ ਸਪੀਕਰ ਸਾਹਿਬ ਨੂੰ ਭੇਜ ਸਕਦੇ ਨੇ, ਪ੍ਰਾਈਮ ਮਿਨਿਸਟਰ ਨੂੰ ਭੇਜ ਸਕਦੇ ਨੇ, ਅਫਸਰਾਂ ਨੂੰ ਭੇਜ ਸਕਦੇ ਨੇ, ਇਹ ਉਹਨਾਂ ਦਾ ਇੱਕ ਅਧਿਕਾਰ ਹੁੰਦਾ। ਦੂਜਾ, ਨਰਸਿਮਹਾ ਰਾਓ ਜੀ ਦੀ ਸਰਕਾਰ ਆਈ ਜਦ, ਉਹ ਸਰਕਾਰ ਬੜੀ ਵਿਸਾਖੀਆਂ ਤੇ ਚੱਲਣ ਵਾਲੀ ਸੀ, ਤੇ ਜਿਹੜਾ ਅੱਜ ਆ ਕਿਸਾਨੀ ਬਿੱਲਾਂ ਦਾ ਚੱਕਰ ਸੀਗਾ, ਕਿਸਾਨੀ ਕਾਨੂੰਨਾਂ ਦਾ, ਕਿ ਜਿਹੜਾ ਕਾਰਪੋਰੇਟ ਹੈ, ਵਿਦੇਸ਼ੀ ਤੇ ਦੇਸ਼ੀ ਸਰਮਾਏਦਾਰ ਹੈ, ਉਹ ਸਾਨੂੰ ਲੁੱਟ ਕਰ ਰਿਹਾ ਹੈ, ਉਹ ਲੁੱਟ ਕਰਾਉਣ ਦਾ ਜਿਹੜਾ ਸਮਝੌਤਾ ਕਰਿਆ ਸੀ ਉਹ ਨਰਸਿਮਹਾ ਰਾਓ ਜੀ ਦੀ ਸਰਕਾਰ ਨੇ ਕਰਿਆ ਸੀਗਾ। ਤੇ ਉਹਨਾਂ ਨੂੰ ਸੀਗਾ ਮਿਨੋਰਟੀ ਜੀ ਸਰਕਾਰ ਸੀ, ਉਹ ਘੱਟ ਗਿਣਤੀ ਸਰਕਾਰ ਸੀਗੀ, ਪਰ ਉਹ 5 ਸਾਲ ਚੱਲਦੀ ਰਹੀ, ਕਿਉਂਕਿ ਉੱਤੇ ਜਾਂ ਸਮਝੌਤਾ ਕਰ ਲਿਆ ਤੁਸੀਂ ਫਿਰ ਤਾਂ ਥੱਲੇ ਵਾਲਾ ਨਹੀਂ ਨਾ ਤੁਹਾਨੂੰ ਕੁਝ ਕਹਿ ਸਕਦਾ। ਤੇ ਉਹਦੇ 'ਚ ਉਹਨਾਂ ਨੇ ਇਹ ਬੇਸਿਕਲੀ ਐਮਪੀਆਂ ਨੂੰ ਖਰੀਦਣ ਦੇ ਤੋਂ ਲਾਇਆ, ਜਿਹੜਾ ਐਮਪੀ ਲੈਡ ਕਹਿੰਦੇ ਨੇ, ਉਹ ਮੈਂਬਰ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ। ਤੇ ਇਹ ਪੈਸਾ 5 ਕਰੋੜ ਰੁਪਇਆ ਹੌਲੀ ਹੌਲੀ 50 ਲੱਖ ਤੋਂ ਸ਼ੁਰੂ ਹੋ ਕੇ 5 ਕਰੋੜ ਤੱਕ ਪਹੁੰਚ ਗਿਆ ਸੀ, ਤੇ ਹੁਣ ਪਿੱਛੇ ਬੰਦ ਕਰਿਆ ਸੀ, ਹੁਣ ਦੁਬਾਰਾ ਫਿਰ ਸ਼ੁਰੂ ਕਰਤਾ ਸ਼ਾਇਦ। ਤੇ ਇਹ 5 ਕਰੋੜ ਤੱਕ ਜਿਹੜਾ ਪੈਸਾ ਪਹੁੰਚਿਆ, ਇਹ ਜਿਹੜਾ ਪਲੈਨਿੰਗ ਬੋਰਡਾਂ ਦੇ ਰਾਹੀਂ ਇਹ ਪੈਸੇ ਦਾ ਵਿਤਰਨ ਹੁੰਦਾ ਹੈ। ਐਮਪੀ ਦੇ ਦਸਤਖਤ ਨਹੀਂ ਹੁੰਦੇ ਇਹਦੇ ਉੱਤੇ, ਐਮਪੀ ਨੇ ਹੀ ਅਲਾਟ ਕਰਨਾ ਹੈ। ਐਮਪੀ ਕੋਲ ਲੋਕ ਅਰਜ਼ੀਆਂ ਦਿੰਦੇ ਨੇ, ਉਹ ਕਹਿੰਦਾ ਠੀਕ ਆ ਸਕੂਲ ਨੂੰ, ਆ ਫਲਾਣੀ ਥਾਂ ਨੂੰ, ਉਹਦੇ ਕਿਤਾਬ ਬਣੀ ਹੋਈ ਆ ਬਾਕਾਇਦਾ, ਉਹਦੇ 'ਚ ਲਿਖਿਆ ਵੀ ਤੁਸੀਂ ਕਿੰਨਾ ਕਿੰਨਾ ਗੱਲਾਂ ਵਾਸਤੇ ਪੈਸੇ ਦੇ ਸਕਦੇ ਹੋ। ਉਹ ਐਂ ਨਹੀਂ ਆ ਵੀ ਕਿਸੇ ਗੁਰਦੁਆਰੇ ਨੂੰ ਪੈਸੇ ਦੇ ਦਿਓ, ਕਿਸੇ ਮੰਦਰ ਨੂੰ ਦੇ ਦਿਓ, ਕਿਸੇ ਮਸੀਤ ਨੂੰ ਦੇ ਦਿਓ, ਕਿਸੇ ਦਾ ਘਰ ਢਾਉਣ ਵਾਸਤੇ ਪੈਸੇ ਦੇ ਦਿਓ। ਉਹ ਲਿਖਿਆ ਵੀ ਇਹਨਾਂ ਚੀਜ਼ਾਂ ਦੇ ਮਦਾਂ ਦੇ ਉੱਤੇ ਤੁਸੀਂ ਪੈਸਾ ਦੇ ਸਕਦੇ ਹੋ। ਜਿੱਥੇ ਜਿੱਥੇ ਐਮਪੀ ਨੇ ਪੈਸਾ ਮਨਜ਼ੂਰ ਕਰਤਾ ਤੇ ਜਿੰਨਾ ਕੁ ਉਹਦੇ 'ਚ ਅਲਾਊਡ ਹੈ, ਉਸ ਤਰੀਕੇ ਨਾਲ ਕੋਈ ਮਾਪਦੰਡ ਨੇ, ਉਹ ਮਾਪਦੰਡ ਦੇ ਵਿੱਚ ਜ਼ਿਲ੍ਹਾ ਪਲੈਨਿੰਗ ਬੋਰਡ ਨੇ ਸਿਰਫ ਪਾਸ ਹੀ ਕਰਨਾ ਹੁੰਦਾ, ਉਹਦੇ ਕੋਲ ਕੋਈ ਅਧਿਕਾਰ ਨਹੀਂ ਉਸ ਪੈਸੇ ਨੂੰ ਬਦਲਣ ਦਾ ਜਾਂ ਉਸ ਨੂੰ ਲੈਣ ਵਾਲੇ ਨੂੰ ਬਦਲਣ ਦਾ। ਪਰ ਮੇਰਾ ਤਜਰਬਾ, ਅਗੇਨ ਮੈਂ ਦੁਬਾਰਾ ਜ਼ਿੰਮੇਵਾਰੀ ਨਾਲ ਕਹਿਣਾ, ਉਸ ਦੇ ਵਿੱਚ ਵੀ ਜਿਹੜਾ ਦੇਣ ਵਾਲਾ ਹੈ, ਪਹਿਲਾਂ ਤਾਂ ਜਿਹੜਾ ਗ੍ਰਾਂਟ ਦੇਣ ਵਾਲਾ ਉਹ ਪੈਸੇ ਲੈਂਦਾ ਰਿਹਾ, ਪਹਿਲਾਂ ਵੀ ਇੰਨੇ ਪੈਸੇ ਦੇ ਦਿਓ ਯਾਰ ਤੁਹਾਡੇ, ਅਸੀਂ ਕਰ ਦਿੰਦੇ ਹਾਂ। ਫਿਰ ਗਾਹਾਂ ਜਿਹੜਾ ਅਫਸਰ ਉੱਥੇ ਜਾਰੀ ਕਰਦਾ ਸੀ, ਉੱਥੇ ਪੈਸੇ ਚੱਲਦੇ ਸੀ, ਫਿਰ ਲੱਗਣ ਵੇਲੇ ਪੈਸੇ ਚੱਲਦੇ ਸੀ, ਕਿਉਂਕਿ ਉਹ ਜਿਹੜਾ ਪੈਸਾ ਲੱਗਣਾ ਹੈ ਉਹਦੇ 'ਚ ਐਮਪੀ ਦੀ ਕੋਈ ਦਖਲਅੰਦਾਜ਼ੀ ਨਹੀਂ, ਉਹ ਸਰਕਾਰੀ ਤੌਰ ਤਰੀਕੇ ਨਾਲ ਹੀ ਲੱਗਣਾ, ਉਹਦੇ ਤੋਂ ਨਿਯਮ ਹੋਣੇ ਨੇ, ਹੋਰ ਸਭ ਕੁਝ ਹੋਣਾ ਹੈ। ਸੋ ਜਦ ਤੁਸੀਂ ਇੱਥੇ ਤੱਕ ਦਾ ਹਨੇਰਾ ਪਾਤਾ ਵੀ 5 ਕਰੋੜ ਰੁਪਈਆ ਹਰ ਸਾਲ ਆਉਣਾ ਹੈ, ਸਾਡੇ 20 ਐਮਪੀ ਨੇ, 7 ਰਾਜ ਸਭਾ 'ਚ, 13 ਲੋਕ ਸਭਾ 'ਚ, 20 ਨੂੰ 100 ਕਰੋੜ ਰੁਪਈਆ ਹਰ ਸਾਲ ਦਾ ਆ ਰਿਹਾ ਹੈ ਪਿਛਲੇ ਕਿੰਨੇ ਸਾਲਾਂ ਤੋਂ। ਬਿਲਕੁਲ। ਤੇ ਉਹ 100 ਕਰੋੜ ਰੁਪਈਆ ਸਾਲ ਦਾ ਲੋਕਾਂ ਦੇ ਸ਼ਹਿਰਾਂ 'ਚ ਪਿੰਡਾਂ 'ਚ ਲੱਗਦਾ, ਛੋਟੇ ਮੋਟੇ ਕੰਮ ਜਿਹੜੇ ਸਰਕਾਰੀ ਤੌਰ 'ਤੇ ਬਹਾਨਾ ਇਹਦਾ ਇਹ ਕਰਿਆ ਗਿਆ ਸੀ ਕਿ ਜੀ ਕਈ ਸਕੀਮਾਂ ਐਸੀਆਂ ਹੁੰਦੀਆਂ ਨੇ ਉਹਦੀ ਲੋੜ ਹੁੰਦੀ ਨਹੀਂ, ਪਰ ਪੈਸਾ ਦੂਜੀ ਵਾਸਤੇ ਮਨਜ਼ੂਰ ਨਹੀਂ ਹੋ ਸਕਦਾ, ਇਹ ਥੋੜ੍ਹਾ ਖੁੱਲ੍ਹਾ ਕੰਮ ਆ, ਅਨਟਾਈਡ ਇਹਨੂੰ ਕਹਿੰਦੇ ਨੇ, ਬੰਧਨ ਮੁਕਤ ਫੰਡ ਵੀ ਅਨਟਾਈਡ ਨੇ, ਇਹਨੂੰ ਚਲੋ ਕੋਈ ਨਹੀਂ ਐਂ ਚੱਲ ਜੂਗਾ ਹੈ। ਤੇ ਜਿੱਥੇ ਜਿੱਥੇ ਕਿਸੇ ਦਾ, ਉਹ ਜਿਹੜੇ ਹੈਗੇ ਨੇ, ਪਹਿਲਾਂ ਇਹ ਇਖਤਿਆਰੀ ਫੰਡ ਸਿਰਫ ਮੁੱਖ ਮੰਤਰੀ ਮੰਤਰੀਆਂ ਕੋਲ ਹੁੰਦੇ ਸੀ, ਹੁਣ ਇੱਕ ਕਿਸਮ ਦਾ ਇਖਤਿਆਰੀ ਫੰਡ ਹੀ ਨੇ। ਮੁੱਖ ਮੰਤਰੀ ਵਾਲੇ ਦੇ ਇਖਤਿਆਰੀ ਫੰਡ 'ਚ ਉਨੀ ਜ਼ਿਆਦਾ ਮਤਲਬ ਰੈਗੂਲੇਸ਼ਨ ਨਹੀਂ ਹੈ,
ਜਿੰਨੀ ਇਹਨਾਂ ਤੇ ਹੈ। ਇਸੇ ਕਰਕੇ ਕੈਪਟਨ ਸਾਹਿਬ ਤੇ ਦੋਸ਼ ਲਾਇਆ ਸੀ ਉਹਨਾਂ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਨੇ ਕਿ ਜੀ 5 ਕਰੋੜ ਰੁਪਏ ਚੋਂ 3 ਕਰੋੜ ਰੁਪਏ ਤਾਂ ਫਲਾਣੇ ਬੰਦੇ ਨੂੰ ਇਹਨਾਂ ਨੇ ਕਹਿ ਕੇ ਦਵਾਤਾ। ਤਾਂ ਉਹਨਾਂ ਨੇ ਮੀਡੀਆ ਵਾਲਿਆਂ ਨੇ ਪੁੱਛਿਆ ਵੀ ਉਹਨਾਂ ਨੂੰ ਪਤਾ ਸੀ? ਕਹਿੰਦਾ ਜੀ ਉਹਨਾਂ ਦੇ ਹੁਕਮ ਤੋਂ ਬਗੈਰ ਤਾਂ ਮੈਂ ਪੈਸੇ ਦੇ ਹੀ ਨਹੀਂ ਸਕਦਾ ਜੀ, ਇੰਚਾਰਜ ਮੈਂ ਸੀ ਉਸ ਫੰਡ ਦਾ, ਸਰਕਾਰੀ ਤੌਰ ਤੇ ਉਹਦਾ ਵੀ ਇੰਚਾਰਜ ਹੁੰਦਾ। ਆ ਬੀਬੀ ਰਜਿੰਦਰ ਕੌਰ ਭੱਠਲ ਤੇ ਜਿਹੜਾ ਕੈਪਟਨ ਨੇ ਕੇਸ ਜਿਹਾ ਬਣਾ ਰੱਖਿਆ ਸੀ ਕਿ ਜੀ 20 ਲੱਖ ਰੁਪਏ ਦਾ ਹਿਸਾਬ ਨਹੀਂ ਦਿੱਤਾ ਲੈ, ਅਖਤਿਆਰੀ ਫੰਡ 'ਚ 20 ਲੱਖ ਰੁਪਏ ਵਾਸਤੇ ਮੈਡਮ ਰਜਿੰਦਰ ਕੌਰ ਭੱਠਲ ਜੀ ਨੂੰ ਕੈਪਟਨ ਸਾਹਿਬ ਨੇ ਐਨ ਤੂਲ ਤੇ ਚਕਿਰਾ ਘੁਮਾਈ ਗਿਆ, ਇਹ ਕਰਨ ਦੀ ਕੋਸ਼ਿਸ਼ ਕਰੀ। ਆਪ 3 ਕਰੋੜ ਲੈ ਗਿਆ, ਇੱਕੋ ਬੰਦੇ ਨੂੰ ਦਵਾਤਾ, ਔਰ ਉਹ ਬੰਦੇ ਬਾਰੇ ਸਭ ਕੁਝ ਪਤਾ ਸੀ, ਉੱਥੇ ਤਾਂ ਕੋਈ ਨਹੀਂ ਬੋਲਿਆ। ਸੋ ਇਸ ਕਰਕੇ ਸਾਡੇ ਇਹ ਨੇ, ਇਹ ਜਿਹੜਾ MP ਲੈਡ ਫੰਡ ਵੀ ਹੈ ਇਹ ਵੀ ਲੋਕਾਂ ਦੀਆਂ ਕਿਸਮ ਦੀਆਂ ਵੋਟਾਂ ਖਰੀਦਣ ਵਾਲਾ ਹੀ ਹੈ। ਬਹੁਤੇ ਇੱਕ ਕੱਲੇ ਭਗਵੰਤ ਮਾਨ ਨੂੰ ਛੱਡ ਕੇ, ਮੈਂ ਕੋਈ ਭਗਵੰਤ ਮਾਨ ਦਾ ਤਾਰੀਫ ਕਰਨ ਵਾਲਾ ਨਹੀਂ ਹਾਂ, ਭਗਵੰਤ ਮਾਨ ਨੂੰ ਛੱਡ ਕੇ ਬਾਕੀਆਂ ਨੇ ਤੇ ਕਦੇ ਕਿਹੜਾ MP ਹੈ ਜਿਹਨੇ ਇਹ ਜੱਗਰ ਕਰਤਾ ਹੋਵੇ ਨਾ ਭਾਈ ਆਪਦੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਵੱਡੇ ਇਕੱਠ ਕਰਕੇ ਫੈਸਲੇ ਕਰੋ ਤੁਹਾਨੂੰ ਪੈਸਾ ਇਹ ਚੁੱਕ ਚਾਹੀਦਾ ਕੀ ਹੈ। ਫਿਰ ਤੁਸੀਂ ਮੈਂ ਵੈਬਸਾਈਟ 'ਤੇ ਪਾ ਦੂੰਗੀ ਆਹ ਮੇਰੇ ਕੋਲ ਅਰਜ਼ੀਆਂ ਆਈਆਂ ਨੇ, ਉਹ ਜੋ ਜਿੰਨਾ ਕੁ ਨਿਯਮ ਕਾਨੂੰਨ ਦੇ ਹਿਸਾਬ ਨਾਲ ਮੈਂ ਤੁਹਾਨੂੰ ਅਲਾਟ ਕਰ ਸਕਦਾ ਹੋਇਆ ਨਿਆਂ ਸੰਗਤ ਵੰਡ ਦੇ ਹਿਸਾਬ ਨਾਲ ਉਹ ਮੈਂ ਕਰਾਂਗਾ। ਇਹ ਦੱਸ ਦੇਣ ਕਿਹਨੇ ਪਾਇਆ। ਇੱਥੇ ਤੱਕ ਹੋ ਗਿਆ ਕਿ ਬਹੁਤ ਸਾਰੇ MPਆਂ ਦੇ ਕੋਲੋਂ ਜਿਹੜੇ ਠੇਕੇਦਾਰ ਸੀ, ਜੇ ਉਹ ਸੈਂਕਸ਼ਨ ਦਾ ਲੈਟਰ ਵੀ ਠੇਕੇਦਾਰ ਲਈ ਫਿਰਦਾ ਹੁੰਦਾ ਸੀ ਜੇਬ 'ਚ, ਵੀ ਆ ਲਓ ਜੀ ਤੁਹਾਡੀ ਸੈਂਕਸ਼ਨ ਹੋਇਆ, ਹੁਣ ਮੈਂ ਤੁਹਾਡੇ ਇਹ ਕੰਮ ਕਰ ਦੇਣਾ ਤੇ ਪੈਸੇ ਉਹਨੇ ਕਲੇਮ ਕਰਨੇ ਨੇ। ਜੇ ਕਿਸੇ ਨੇ ਮਨਾ ਕਰਤਾ ਉਹਦਾ ਕੈਂਸਲ ਕਰਤਾ, ਉਹਦੀ ਮਨਜ਼ੂਰੀ ਕੈਂਸਲ ਹੋ ਗਈ। ਸੋ ਜੇ MP ਲੈਡ ਫੰਡ ਦੇ ਵਿੱਚ MLA ਵੀ ਕਹਿੰਦੇ ਸਾਨੂੰ ਵੀ ਲੋਕਲ ਏਰੀਆ ਫੰਡ ਦਿਓ, ਉਹ ਹੋਇਆ ਨਹੀਂ, ਨਾ ਮੈਨੂੰ ਲੱਗਦਾ ਹੋਣਾ ਚਾਹੀਦਾ ਵੀ ਨਹੀਂ। ਇਹ ਬਿਲਕੁਲ ਹੀ ਨਜਾਇਜ਼ ਹੈ, ਇਹ ਰਿਸ਼ਵਤ ਹੈ, ਇਹ ਮਿਸਯੂਜ਼ ਆਫ ਫੰਡ ਹੈ। ਕਿਉਂਕਿ ਸਰਕਾਰਾਂ ਹੀ ਚਾਹੁੰਦੀਆਂ ਨੇ, ਵਰਲਡ ਬੈਂਕ ਇਹ ਚਾਹੁੰਦਾ ਹੈ, ਸੰਸਾਰ ਦਾ ਕਾਰਪੋਰੇਟ ਚਾਹੁੰਦਾ ਹੈ ਵੀ ਜਿਹੜੇ ਮਾੜੇ ਮੋਟੇ ਬੋਲ ਬਾਲਣ ਵਾਲੇ ਨੇ ਉਹਨਾਂ ਨੂੰ ਕਾਣੇ ਕਰ ਦਿਓ। ਉਹ ਕਾਣੇ NGO ਬਣਾ ਕੇ ਕਰਦੇ ਨੇ ਵੀ ਤੁਸੀਂ ਆਡਿਟ ਸਟੇਟਮੈਂਟ ਜੀ ਪਾਸ ਕਰ ਦਿਓ ਜੀ, ਸਰਕਾਰੀ ਪੈਸਾ ਲਾਓ ਤੇ ਉਹਨੂੰ ਐਸ਼ ਕਰੋ। ਉਹ ਕਈਆਂ ਨੇ ਤਾਂ ਬਣਾ ਲਿਆ ਸੀ ਵੀ ਸਰਕਾਰੀ ਪੈਸੇ ਤੇ ਐਸ਼ ਕਰਾਂਗੇ, ਸਰਪੰਚ ਬਣ ਕੇ ਐਸ਼ ਕਰਾਂਗੇ। ਸੋ ਇਸ ਕਰਕੇ MP ਲੈਡ ਫੰਡ ਹੈ, 5 ਕਰੋੜ ਰੁਪਏ ਸਾਲ ਦਾ ਹਰ MP ਨੂੰ, ਚਾਹੇ ਉਹ ਰਾਜ ਸਭਾ ਦੇ ਚਾਹੇ ਲੋਕ ਸਭਾ ਦਾ, ਉਹਨੂੰ ਮਿਲਣਾ ਹੈ। ਉਹਨੇ ਆਪਦੇ ਹਲਕੇ ਚਲਾਉਣਾ, ਰਾਜ ਸਭਾ ਦਾ ਸਾਰੇ ਸੂਬੇ ਚਲਾ ਸਕਦਾ ਕਿਉਂਕਿ ਰਾਜ ਸਭਾ ਦਾ ਕੋਈ ਹਲਕਾ ਨਹੀਂ ਹੁੰਦਾ, ਤੇ ਪਰ ਜਿਹੜਾ ਲੋਕ ਸਭਾ ਦਾ ਉਹ ਆਪਦੇ ਹਲਕੇ 'ਚ ਹੀ ਵਰਤ ਸਕਦਾ, ਦੂਜੇ ਹਲਕੇ 'ਚ ਨਹੀਂ ਵਰਤ ਸਕਦਾ। ਉਹਦੇ ਵਾਸਤੇ ਔਰ ਮੈਂ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਕਹਿ ਕੇ ਬਾਦਲ ਪਿੰਡ ਦੇ ਵਿੱਚ ਇੱਕ ਪੈਰਾਮੈਡੀਕਲ ਇੰਸਟੀਚਿਊਟ ਬਣਨੀ ਸੀ ਤੇ ਉਹਦੇ ਵਾਸਤੇ ਪੈਸੇ ਚਾਹੀਦੇ ਸੀ। ਤੇ ਬਾਦਲ ਸਾਹਿਬ ਨੇ ਮੈਂ ਕਿਹਾ ਜੀ ਪੈਸਾ, ਕਹਿੰਦੇ ਪੈਸੇ ਕੋਈ ਨਹੀਂ, ਮੈਂ ਸੁਖਵੀਰ ਨੂੰ ਕਹਿਣਾ ਕੁਛ MP ਲੈਟ 'ਚੋਂ ਆਪਦੇ 'ਚ ਦੇ ਦੂੰਗਾ। ਇਹ ਗੱਲ ਹੋ ਸਕਦੀ ਹੁੰਦੀ, ਉਹਦਾ ਆਪਣਾ ਹਲਕਾ ਹੈ, ਹਲਕੇ ਦੇ ਵਿੱਚ ਉਹਨਾਂ ਨੇ ਇੱਕ ਇੰਸਟੀਚਿਊਟ ਬਣਾਉਣੀ ਹੈ, ਉੱਥੇ ਆਮ ਬੱਚਿਆਂ ਨੇ ਪੜ੍ਹਨਾ ਹੈ ਤੇ ਉਹਦੇ ਵਾਸਤੇ ਜੇ ਪੈਸਾ ਉਹ ਅਲਾਊਡ ਸੀ ਉਹਦੇ ਵਿੱਚ, ਉਹਨਾਂ ਨੇ ਉਹ ਕਰਾਤਾ ਵੀ ਠੀਕ ਹੈ ਉੱਥੋਂ ਲੈ ਲਓ। ਫਲਾਣੇ ਆਪਣੇ MP ਨੂੰ ਕਹੋ, ਜਿਹੜੇ ਉਹਦੇ ਵਿੱਚ ਸੀਗੇ ਰਾਜ ਸਭਾ ਵਾਲੇ ਨੂੰ ਕਹਿ ਦਿਓ, ਉਹਦੇ ਨਾਲ ਫਿਰ ਹੋ ਹੀ ਜਾਂਦਾ ਜਦ ਮੁੱਖ ਮੰਤਰੀ ਕਹੇਗਾ, ਪਾਰਟੀ ਦਾ ਲੀਡਰ ਵੀ ਹੋਏਗਾ। ਪਰ ਮੈਂ ਇਹ ਜੋ ਦੇਖਿਆ ਫਤਿਹਗੜ੍ਹ ਸਾਹਿਬ ਦੇ ਵਿੱਚ, ਮੈਨੂੰ ਕਦੀ ਕਦੀ ਗੱਲ ਪਤਾ ਵੀ ਕਿਵੇਂ MP ਲੈਡ ਫੰਡ ਕਿਵੇਂ ਜਾਂਦਾ ਸੀ, ਕੀ ਹੁੰਦਾ ਸੀ ਕੀ ਨਹੀਂ ਹੁੰਦਾ ਸੀ ਹੈ। ਚਾਹੇ ਉਹ MP ਕਿਸੇ ਦਾ ਸੀ, ਜਿਹੜੀ ਮਰਜ਼ੀ ਪਾਰਟੀ ਦਾ ਸੀ, ਪਾਰਟੀਆਂ ਬਦਲ ਵੀ ਗਏ ਸੀ ਸ਼ਾਇਦ, ਹੁਣ ਤਾਂ ਉਹ ਮਰਹੂਮ ਨੇ। ਤੇ ਇਹ ਐਂ ਨਹੀਂ ਹੈ, ਸਾਨੂੰ ਸਮਝਣਾ ਪਏਗਾ ਕਿ ਸਾਨੂੰ ਜ਼ਿੰਮੇਵਾਰੀ, ਜਵਾਬਦੇਹੀ, ਪਾਰਦਰਸ਼ਤਾ, ਇਹ ਸਾਰਾ ਕੁਝ ਧਿਆਨ 'ਚ ਰੱਖ ਕੇ ਲੋਕਾਂ ਦੇ ਸਾਹਮਣੇ ਚਿੱਟੇ ਦਿਨ ਵਾਂਗੂ ਰੱਖਣਾ ਪਏਗਾ। ਭਾਈ ਆਏ, ਜੇ ਮੇਰੀ ਕੋਈ ਗਲਤੀ ਹੈ, ਮੈਂ ਗਲਤ ਪੱਲੂ ਪਾ ਕੇ ਆਉਣਾ, ਮੈਨੂੰ ਕਰੋ ਮਾਫ, ਜੇ ਨਹੀਂ ਕਰਨਾ ਮੈਨੂੰ ਦਿਓ ਸਜ਼ਾ, ਵੋਟ ਮੈਨੂੰ ਬਿਲਕੁਲ ਨਾ ਪਾਇਓ ਜੇ ਮੇਰੇ ਕਸੂਰ ਨੇ, ਪਰ ਉਹੀ ਮੇਰੇ ਤੇ ਇੱਟਾਂ ਨਾ ਮਾਰਿਓ। ਅਸੀਂ ਅੱਜ ਕੀ ਕਰਨ ਲੱਗੇ ਸੀ? ਇੱਟਾਂ ਮਾਰਨ ਲੱਗੇ ਇੱਕ ਦੂਜੇ ਤੇ, ਬਿਲਕੁਲ, ਕਿਉਂਕਿ ਅਸੀਂ ਇੱਟਾਂ ਮਾਰਨ ਵਾਲੇ ਆਪਸੀ ਸਾਂਝ ਹੈ ਸਾਡੀ, ਬਚਾ ਕੇ ਇੱਟ ਮਾਰਦੇ ਆ ਵੀ ਤੇਰੇ ਸੱਟ ਸੁੱਟ ਨਹੀਂ ਮਾਰਨੀ ਯਾਰ, ਐਤਕੀ ਹੁਣ ਮੈਨੂੰ ਕਰ ਲੈਂਦੇ ਥੋੜੀ ਜਿਹੀ ਗੱਤਕੇਬਾਜੀ। ਸੋ ਅਸੀਂ ਤਾਂ ਗੱਤਕੇਬਾਜੀ ਕਰਦੇ ਹਾਂ। ਸੋ ਇਸ ਕਰਕੇ ਸਾਨੂੰ ਹੁਣ ਲੱਗਿਆ ਸੀ ਆਖਰੀ ਸਵਾਲ ਰਹੇਗਾ ਕਿ ਲੋਕਾਂ ਦੇ ਮਨਾਂ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਦੱਸਤਾ ਹੁਣ MLA ਤੇ MP ਦੇ ਕੀ ਕੰਮ ਨੇ, ਕੀ ਜ਼ਿੰਮੇਵਾਰੀਆਂ ਨੇ, ਕੀ ਫਰਜ਼ ਨੇ, ਲੋਕਾਂ ਪ੍ਰਤੀ ਕੀ ਆ, ਹੁਣ ਲੋਕ ਇਹਨਾਂ ਤੋਂ ਜਵਾਬ ਕਿਵੇਂ ਮੰਗਣ? ਦੇਖੋ ਜਿੱਥੇ ਤੱਕ ਸਵਾਲ ਹੈ, ਇੱਕ ਅਸੀਂ ਬਾਰ-ਬਾਰ ਕਿਹਾ, ਇੱਕ ਤਾਂ ਜਿਹੜੇ ਲੋਕਾਂ ਦਾ ਕਿ ਰੀਕਾਲ ਕਹਿੰਦੇ ਆ ਵੀ ਅਸੀਂ ਜੇ ਸਾਡਾ ਏਰੀਆ ਦਾ ਕੰਮ ਨਹੀਂ ਕਰਦਾ ਅਸੀਂ ਤਾਂ ਆਪਦੇ MLA ਨੂੰ ਵਾਪਸ ਬੁਲਾਉਣਾ, ਉਹ ਸਾਨੂੰ ਇਲੈਕਸ਼ਨ ਜਿਹੜਾ ਲਾਅ ਹੈ ਚੋਣ ਸੁਧਾਰ ਦੇ ਵੱਲ ਵਧਣਾ ਪਏਗਾ। ਦੂਜਾ ਸਾਨੂੰ ਇਹ ਕਰਨਾ ਪਏਗਾ ਕਿ ਚੋਣ ਸੁਧਾਰਾਂ 'ਚ ਇਹ ਐਵੇਂ 20-25% ਵੋਟਾਂ ਲੈ ਕੇ ਐਤਕੀ 5 ਤਾਂ ਹੀ ਖੜੇ ਕਰੇ ਨੇ, ਇਹ ਕੈਂਡੀਡੇਟ ਵੀ ਤਾਂ ਹੀ ਘਟਣਗੇ ਵੀ ਜੇ 50% ਤੋਂ ਘੱਟ ਵੋਟ ਹੋਈ ਨਾ, ਅਸੀਂ ਉਹਨੂੰ ਨੁਮਾਇੰਦਾ ਹੀ ਨਹੀਂ ਮੰਨਣਾ। ਇਸ ਪਾਸੇ ਨੂੰ ਵਧਣਾ ਪਏਗਾ। ਕੈਂਡੀਡੇਟ ਜਿੰਨੀ ਟੋਟਲ ਵੋਟ ਪੋਲ ਹੋਈ ਹੈ ਉਹ ਤਾਂ 50% ਤੱਕ ਘੱਟੋ ਘੱਟ ਲਵੇ ਨਾ, ਅੱਧਿਆਂ ਦਾ ਤਾਂ ਨੁਮਾਇੰਦਾ ਹੋਵੇ, ਉਹ ਮੈਜੋਰਟੀ ਦੀ ਗੱਲ ਹੈ ਨਾ। ਤੇ ਇਸੇ ਤਰ੍ਹਾਂ ਹਰ MLA ਹਾਲਾਂਕਿ ਪਾਉਂਦੇ ਨੇ ਫਾਰਮ ਭਰਾਉਣ ਵੇਲੇ ਵੀ ਲਿਖਦੇ ਨੇ ਤੇਰੀ ਆਪਣੀ ਜਾਇਦਾਦ ਕਿੰਨੀ ਆ, ਚੱਡ ਕਿੰਨੀ ਆ, ਘਰ ਵਾਲੀ ਦੀ ਕਿੰਨੀ ਆ, ਸਾਰਾ ਕੁਝ ਲਿਖਦੇ ਨੇ। ਉਹਦੇ 'ਚ ਬਹੁਤ ਵਾਰੀ
ਕਿਉਂਕਿ ਉਹ ਇਲੈਕਸ਼ਨ ਕਮਿਸ਼ਨ ਜਦ ਉਹਦੇ ਉੱਤੇ ਪਾਉਂਦਾ ਵੈਬਸਾਈਟ 'ਤੇ, ਉਹ ਵਿੱਚ ਹੀ ਲਿਖ ਦਿੰਦਾ ਵੀ ਜਿਹੜੀ ਉਹਨਾਂ ਨੇ ਸੂਚਨਾ ਦਿੱਤੀ ਅਸੀਂ ਉਹੀ ਪਾਈ ਹੈ ਇਹ ਬਸ। ਹੁਣ ਉਹ ਸੂਚਨਾ ਕਿੰਨੀ ਠੀਕ ਆ ਕਿੰਨੀ ਗਲਤ ਆ ਕੀ ਆ, ਜਿੰਨਾ ਕੋਲ ਨਾ ਹੀ ਇਲੈਕਸ਼ਨ ਕਮਿਸ਼ਨ ਕੋਲ ਕੋਈ ਇਹੋ ਜਿਹਾ ਟਾਈਮ ਹੁੰਦਾ ਵੀ ਉਹ ਹਰੇਕ ਨੂੰ ਘੋਖਦਾ ਫਿਰੇ, ਨਾ ਹੀ ਉਹਨੂੰ ਘੋਖਣੀ ਚਾਹੀਦੀ ਹੈ। ਪਰ ਜੇ ਕੋਈ ਸ਼ਿਕਾਇਤ ਹੁੰਦੀ ਹੈ ਫਿਰ ਉਹ ਘੋਖ ਦੇਦੀ ਨੇ। ਸੋ ਇਹ ਤਾਂ ਹੁਣ ਜਿਹੜਾ ਨੁਮਾਇੰਦਾ ਹੈ ਉਹਦਾ ਫਰਜ਼ ਬਣਦਾ ਨਾ ਵੀ ਉਹ ਸੱਚੀ ਗੱਲ ਪਾਵੇ ਉੱਥੇ। ਜੇ ਹੁਣ ਕੋਈ ਬੰਦਾ ਇਨਕਮ ਟੈਕਸ ਭਰਨ ਵੇਲੇ ਆਪਣੀ ਆਮਦਨ ਦਿਖਾਉਂਦਾ ਹੀ ਨਹੀਂ, ਤੇ ਹੁਣ ਇਨਕਮ ਟੈਕਸ ਵਾਲਿਆਂ ਨੂੰ ਤਾਂ ਜੇ ਕੋਈ ਸ਼ਿਕਾਇਤ ਹੋਊ ਤਾਂ ਹੀ ਦੇਖੀ ਜਾਊਗੀ ਨਾ। ਫਿਰ ਉਹਦੇ 'ਚ ਇਹ ਵੀ ਹੁੰਦਾ ਵੀ ਜੇ ਕਿਸੇ ਨੇ ਭਰੀ ਵੀ ਹੋਈ ਉਹਨੂੰ ਝੂਠਾ ਹੀ ਫਸਾ ਲਓ, ਉਹਦੇ ਉੱਤੇ ਝੂਠਾ ਹੀ ਕਹੀ ਜਾਓ, ਨਹੀਂ ਨਹੀਂ ਇਹ ਪੈਸਿਆਂ ਦਾ ਦੱਸੂ ਕਿਵੇਂ। ਉਹ ਕਹਿੰਦਾ ਜੀ ਆਹ ਮੈਂ ਕਰਜ਼ਾ ਲਿਆ, ਉਹ ਕਹਿੰਦਾ ਨਾ ਕਰਜ਼ਾ ਤਾਂ ਗਿਣਨਾ ਨਹੀਂ। ਪੈਸੇ ਪੁੱਛਦੇ ਨੇ ਤੇਰੇ ਅਕਾਊਂਟ 'ਚ ਆਏ ਕਿੱਥੋਂ ਨੇ, ਉਹ ਕਹਿੰਦਾ ਜੀ ਆਹ ਬੈਂਕ 'ਚੋਂ ਕਰਜ਼ਾ ਲਿਆ, ਆਹ ਲੋਨ ਡਾਕੂਮੈਂਟ ਪਿਆ, ਆਹ ਬੈਂਕ ਨੇ ਭੇਜੇ ਨੇ। ਨਹੀਂ ਇਹ ਨਹੀਂ, ਤੂੰ ਐਂ ਦੱਸ ਵੀ ਇਹ ਐਂ ਕਿਵੇਂ ਆਏ ਨੇ, ਉਹਨੂੰ ਐਂ ਫਸਾ ਕੇ ਰੱਖਣਾ, ਉਹ ਮੰਨਣੀ ਵੀ ਤਾਂ ਕਰਜ਼ਾ ਲਿਆ। ਸੋ ਇਸ ਕਰਕੇ ਸਾਡੇ ਜਿਹੜਾ ਇਹ ਮਿਸਯੂਜ਼ ਹੈ ਪੈਸੇ ਦਾ, ਦੂਜਾ ਪਾਰਟ ਇਹ ਹੈ ਕਿ ਹਰ MLA ਹਰ MP ਦੀ ਆਪਦੀ ਤੇ ਪਹਿਲੇ ਰਿਲੇਸ਼ਨ ਦੀ, ਚਾਹੇ ਉਹ ਸਹੁਰਿਆਂ ਵੱਲ ਨੇ ਚਾਹੇ ਪੇਕਿਆਂ ਵੱਲ ਨੇ, ਚਾਹੇ ਨਾਨਕਿਆਂ ਵੱਲ ਨੇ ਚਾਹੇ ਦਾਦਕਿਆਂ ਵੱਲ ਨੇ, ਉਹਨਾਂ ਦੀ ਜਾਇਦਾਦ ਦਾ ਵੇਰਵਾ ਹੋਵੇ ਵੀ ਆਹ ਇਹਨਾਂ ਦਾ ਇਸ MLA MPਸ਼ਿਪ ਜਾਂ ਮਿਨਿਸਟਰਸ਼ਿਪ ਦੇ ਦੌਰਾਨ ਇਹਨਾਂ ਦੀ ਜਾਇਦਾਦ ਇੰਨੀ ਵਧੀਆ, ਕਿਉਂਕਿ ਪਤਾ ਤਾਂ ਲੱਗੇ ਨਾ ਵੀ ਕਿੰਨੀ ਵਧੀਆ। ਸੋ ਉਹਦੇ ਨਾਲ ਇਹਨਾਂ ਤੇ ਇੱਕ ਚੱਕਰ ਹੈਗਾ। ਇਸ ਤੋਂ ਅੱਗੇ ਇੱਕ ਹੋਰ ਚੈੱਕ ਜਿਹੜਾ ਇਹਨਾਂ ਦੇ ਉੱਤੇ ਲਾਉਣ ਦੀ ਲੋੜ ਹੈ ਉਹ ਇਹ ਹੈ ਕਿ ਕਿੰਨੇ ਦਿਨ ਇਹਨਾਂ ਨੇ ਅਸੈਂਬਲੀ ਸੈਸ਼ਨ ਅਟੈਂਡ ਕਰਿਆ। ਜਿੰਨੇ ਅਸੈਂਬਲੀ ਸੈਸ਼ਨ ਨਹੀਂ ਅਟੈਂਡ ਕਰਨਗੇ, 100 ਦਿਨ ਘੱਟੋ ਘੱਟ ਅਸੈਂਬਲੀ ਸੈਸ਼ਨ ਹੋਵੇ ਵਰਕਿੰਗ ਡੇਜ਼, ਉਹ 133 25 ਦਿਨ ਬਣ ਜਾਂਦੇ ਕਿਉਂਕਿ ਵਿੱਚੋਂ ਛੁੱਟੀ ਛੱਟੀਆਂ ਆਉਂਦੀਆਂ ਨੇ। ਉਹਨਾਂ ਦੇ ਵਿੱਚ ਜਿੰਨੇ ਦਿਨ ਉਹਨੇ ਅਟੈਂਡ ਨਹੀਂ ਕਰਿਆ ਉਹਦੀ ਤਨਖਾਹ ਕੱਟੀ ਜਾਵੇ। ਇਸੇ ਤਰ੍ਹਾਂ ਹੀ ਜੇ ਉਹਨੇ ਹਸਪਤਾਲ 'ਚ ਇਲਾਜ ਕਰਾਉਣਾ ਸਰਕਾਰੀ 'ਚ ਕਰਾ ਲਏ, ਪ੍ਰਾਈਵੇਟ ਹਸਪਤਾਲ 'ਚ ਉਹਦੇ ਪੈਸੇ ਰੀਇੰਬਰਸ ਨਾ ਕਰੇ ਜਾਣ, ਤਾਂ ਹੀ ਲੋਕ ਸੁਧਾਰ ਕਰੇਗੀ ਵੀ ਆਪੇ ਕਰਾਈ ਜਾਵੇ ਪ੍ਰਾਈਵੇਟ 'ਚ, ਆਪਦਾ ਖਰਚਾ ਕਰੇ, ਸਰਕਾਰ ਨਹੀਂ ਉਹਦੇ ਪੈਸੇ ਦੇਗੀ। ਉਹ ਮੁਲਾਜ਼ਮਾਂ ਵਾਸਤੇ ਵੀ ਕਰਦੇ, MLA ਵਾਸਤੇ ਵੀ ਕਰਦੇ, MPਆਂ ਵਾਸਤੇ ਵੀ ਕਰਦੇ, ਫਿਰ ਨਹੀਂ। ਇਸੇ ਤਰ੍ਹਾਂ ਉਹਦੇ ਪਰਿਵਾਰ ਦੇ ਮੈਂਬਰਾਂ ਵਾਸਤੇ। ਇਸੇ ਤਰ੍ਹਾਂ ਹੀ ਉਹਦੇ ਵਿੱਚ ਜਿਹੜਾ ਸਭ ਤੋਂ ਅਗਲਾ ਪਾਰਟ ਹੈ ਕਿ ਉਹਦੀ ਇੱਕ ਲੌਗ ਬੁੱਕ ਹੋਵੇ। ਗੱਡੀ ਤਾਂ ਉਹਨੂੰ ਦਿੱਤੀ ਹੋਈ ਹੈ, ਲੌਗ ਬੁੱਕ ਵੀ ਉਹ ਜਾਂਦਾ ਕਿੱਥੇ ਹੈ। ਉਹ ਇੱਕ ਸਰਕਾਰੀ ਅਧਿਕਾਰੀ ਨਾ ਇੱਕ ਟੂਰ ਨੋਟ ਬਣਾਉਂਦੇ ਨੇ। ਟੂਰ ਨੋਟ ਹੁੰਦਾ ਹੈ, ਪਹਿਲਾਂ ਉਹ ਟੂਰ ਦੀ ਮਨਜ਼ੂਰੀ ਲੈਂਦੇ ਨੇ। ਖੈਰ MLA ਨੂੰ ਇਹ ਤਾਂ ਨਹੀਂ ਆਪਾਂ ਕਹਾਂਗੇ ਵੀ ਉਹ ਮਨਜ਼ੂਰੀ ਲਵੇ ਕਿਤੋਂ, ਉਹ ਜਿੱਥੇ ਮਰਜ਼ੀ ਜਾਵੇ। ਇੱਕ ਟੂਰ ਨੋਟ ਹਰ ਵਾਰੀ ਉਹ ਆਪਦੀ ਕਾਪੀ 'ਚ ਆਪ ਹੀ, ਕਿਸੇ ਨੂੰ ਨਹੀਂ ਦਿਖਾਉਣ ਦੀ ਲੋੜ, ਪਰ ਉਹ ਪਬਲਿਕ ਡਾਕੂਮੈਂਟ ਹੋਵੇ ਕਿ ਜੀ ਮੈਂ ਫਲਾਣੀ ਥਾਂ ਗਿਆ ਸੀ, ਇਸ ਕੰਮ ਵਾਸਤੇ ਗਿਆ ਸੀ, ਮੈਂ ਉੱਥੇ ਕਰਕੇ ਆਇਆ। ਇਹ ਰੋਜ਼ ਦੀ ਰੋਜ਼ ਉਹਦੀ ਕਾਰਗੁਜ਼ਾਰੀ ਲੋਕਾਂ ਨੂੰ ਪਤਾ ਹੋਵੇ ਵੀ ਵਾਕਈ ਇਹਨੇ ਕੁਛ ਕਰਿਆ। ਫਿਰ ਆਪੇ ਲਿਖੂਗਾ ਵੀ ਮੈਂ ਤਾਂ ਫਲਾਣਾ ਮੇਰਾ ਦੋਸਤ ਸੀ, ਫਲਾਣੇ ਦੇ ਮੈਂ ਵਿਆਹ 'ਚ ਗਿਆ ਸੀ, ਫਲਾਣੇ ਦੇ ਮੈਂ ਮਰਗਤ 'ਤੇ ਗਿਆ ਸੀ, ਫਲਾਣੇ ਦੇ ਮੈਂ ਭੋਗ 'ਤੇ ਗਿਆ ਸੀ, ਫਲਾਣੇ ਦੇ ਮੈਂ ਮੁੰਡੇ ਦੇ ਮੁੰਡਨ 'ਤੇ ਗਿਆ ਸੀ, ਫਲਾਣੇ ਦੀ ਦਸਤਾਰਬੰਦੀ 'ਤੇ ਗਿਆ ਸੀ, ਫਲਾਣੇ ਦੇ ਮੈਂ ਜਨਮ ਦਿਨ 'ਤੇ ਗਿਆ ਸੀ। ਤੇ ਫਿਰ ਆਪੇ ਪਤਾ ਲੱਗ ਜੂ ਵੀ ਇਹ ਤਾਂ ਭਾਈ ਜਨਮ ਦਿਨ ਵਾਲਾ MLA ਹੈ, MP। ਇਹ ਲੋਕਾਂ ਦੇ ਕੰਮਾਂ ਵਾਲਾ ਤਾਂ MP ਹੈ ਹੀ ਨਹੀਂ। ਦੂਜਾ ਲਿਖੂਗਾ ਵੀ ਫਲਾਣੀ ਥਾਂ ਦੇ ਉੱਤੇ ਬਹੁਤ ਜ਼ਿਆਦਾ ਲੋਕਾਂ 'ਚ ਟੈਨਸ਼ਨ ਹੋ ਗਈ ਸੀ, ਪਾਣੀ ਖੜਾ ਸੀ, ਮੈਂ ਹਲਕਾ MLA ਹੋਣ ਕਰਕੇ ਮੈਂ ਉੱਥੇ ਗਿਆ, ਦੇਖਿਆ, ਲੋਕਾਂ ਨਾਲ ਗੱਲਬਾਤ ਕਰੀ, ਬਿਠਾਏ ਬਜ਼ੁਰਗਾਂ ਨਾਲ, ਸਿਆਣਿਆਂ ਨਾਲ, ਸਾਰੀਆਂ ਜਿਹੜੀਆਂ ਧਿਰਾਂ ਉੱਥੇ ਸ਼ਾਮਲ ਸੀ ਉਹਨਾਂ ਨਾਲ ਚਰਚਾ ਕਰਕੇ ਮੈਂ ਉਹਦਾ ਹੱਲ ਕਰਿਆ। ਅਫਸਰਾਂ ਨੂੰ ਉੱਥੇ ਬੁਲਾਇਆ, ਅਫਸਰਾਂ ਦੇ ਕੋਲ ਚਾਰਾਜੋਈ ਕਰੀ। ਦੂਜਾ ਇਹ ਕਹੂਗਾ ਫਲਾਣੀ ਥਾਂ ਦੇ ਉੱਤੇ ਲੋਕਾਂ ਦੀਆਂ ਪੈਨਸ਼ਨਾਂ ਦਾ ਰੌਲਾ ਪਿਆ ਹੋਇਆ ਸੀ, ਫਲਾਣੀ ਥਾਂ 'ਤੇ ਸਾਂਝੀ ਜ਼ਮੀਨ ਦੱਬੀ ਪਈ ਸੀ, ਉੱਥੇ ਝਗੜਾ ਹੋ ਰਿਹਾ ਸੀ, ਮੈਂ ਜਾ ਕੇ ਕਰਿਆ, ਫਲਾਣੀ ਥਾਂ 'ਤੇ ਪਰਿਆਵਰਨ ਖਰਾਬ ਹੋ ਰਿਹਾ ਸੀ, ਦਰਿਆ ਦਾ ਪਾਣੀ ਦੂਜੇ ਪਾਸੇ ਗੰਦ ਪਾਇਆ ਜਾ ਰਿਹਾ ਸੀ, ਮੈਂ ਉੱਥੇ ਗਿਆ, ਕਰਿਆ, ਲੋਕਾਂ ਨੂੰ ਬੁਲਾਇਆ, ਜਿਹੜੇ ਗੰਦ ਪਾਉਣ ਵਾਲੇ ਸੀ ਉਹਨਾਂ ਨੂੰ ਵੀ ਬੁਲਾਇਆ, ਜਿਹੜੇ ਵਿਰੋਧ ਕਰਨ ਵਾਲੇ ਸੀ ਉਹਨਾਂ ਨੂੰ ਵੀ ਬੁਲਾਇਆ, ਮੈਂ ਇੱਦਾਂ ਚਰਚਾ ਕਰੀ, ਕਾਨੂੰਨ ਦੇਖਿਆ, ਅਫਸਰਾਂ ਨੂੰ ਪੁੱਛਿਆ, ਪੋਲਿਊਸ਼ਨ ਵਾਲਿਆਂ ਨੂੰ ਪੁੱਛਿਆ, ਫਿਰ ਮੈਂ ਉਹਦਾ ਜਸਾਯੋਗ ਹੱਲ ਕਰਨ ਦੀ ਕੋਸ਼ਿਸ਼ ਕਰੀ ਹੈ। ਉਹ ਦੂਜਾ ਕਰੂਗਾ। ਫਰਕ ਹੈ ਦੋਵਾਂ 'ਚ। ਬਿਲਕੁਲ ਜੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ ਬਹੁਤ ਬਹੁਤ। ਸੋ ਮੇਰੇ ਨਾਲ ਮੌਜੂਦ ਸਨ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਕਾਫੀ ਹੱਦ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ ਇੱਕ MLA ਤੇ MP ਦੀ ਕੀ ਜ਼ਿੰਮੇਵਾਰੀ ਹੈ, ਤੁਸੀਂ ਉਹਨਾਂ ਤੋਂ ਜਵਾਬ ਤੇ ਹਿਸਾਬ ਕਿੱਦਾਂ ਲੈਣਾ। ਚੋਣਾਂ ਸਿਰ ਦੇ ਉੱਤੇ ਨੇ, ਆਪਣੀ ਵੋਟ ਜਿਹੜੀ ਆ ਉਹ 20 ਫਰਵਰੀ ਨੂੰ ਪਾਉਣ ਜਦੋਂ ਜਾਓਗੇ ਤਾਂ ਇਹ ਸਾਰੇ ਜਿਹੜੇ ਮੁੱਦੇ ਨੇ ਪੰਜਾਬ ਦੇ ਉਹਨੂੰ ਆਪਣੇ ਧਿਆਨ ਵਿੱਚ ਰੱਖਿਓ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ। ਇਜਾਜ਼ਤ, ਧੰਨਵਾਦ।